ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੱਜ ਜਾਓ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟੇ ਇੰਦਰ ਇੰਦਰਾਣੇ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਾਲੇ ਕਲੇਸ ਤਨ ਮਾਹਿ ਮਿਟਾਵਉ ਸਿਮਰਉ ਚਾਸ ਬਿਸਮ ਪਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਾਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਅ ਬਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਮਨ ਮਹਿ ਚਿਤਵਉ ਚਿਤਵਨੀ ਉਦਮ ਕਰਉ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੀ ਮੀਤ ਚਾ ਲਾਗੀ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੈ ਨ ਵਿਆਪਈ ਨਾਨਕ ਮਿਟੈ ਉਪਾਦ ਜਗ ਔਰ ਨ ਆਹੀ ਮਹਾਤਮ ਮੈਂ
अवतार उजागर आन कियाओ। तिन की दुख कोटिक दूर गए, मथुरा जिन अमृत नाम पियाओ। इह पद्धत ते मत चूके रे मन, भेद बभेद न जान बियाओ। परताश हृदय गुर अर्जुन का, हार्य पूरन ब्रह्म निवास लियाओ। जब लाओ नहीं पागल लार उदय, तब लाओ प्रमते फिरते बहुत आयाओ। कालकूर समुद्र में बूढ़त थे, कबहू मिट है नहीं रे पछुतायो। तात विचार यह मथुरा, जग तारन कौ अवतार बनायाओ। जपयाओ जन अर्जुन देव गुरु, फिर संकट जोन गर्भ न आयाओ। बेसुमार अथाह अगनत अतुला, ज्यो बुलावहो त्यो नानक दास बोला। ज्यो बुलावहो त्यो नानक दास बोला। सतनाम श्री वाहिगुरु साहिब जी। इंद्रपुरी महसर पर मरना, ब्रह्मपुरी नहचल नहीं रहना। इंद्रपुरी महसर पर मरना, ब्रह्मपुरी नहचल नहीं रहना। शिवपुरी का होएगा काला, त्रैगुण माया बिनस बिताला। गिरतर धरण गगन अर तारे, रब सस पवन पावक निरारे। दिन सुरैन बरत अर भेदा, शास्त्र सिमृत बिन सहगे बेदा। तीरथ देव देवहरा पोथे, माया तिलक सोच पाक होती। धोती डंडौत प्रसादन भोगा, गवन करैगो सगलो लोगा। जात वरन तुर्क अर हिंदू, पशु पंखी अनेक जोन जिंदू। सगल पासार दीसै पासारा, बिनस जाएगो सगल आकारा। सगल पासार दीसै पासारा, बिनस जाएगो सगल आकारा। वाहिगुरु जी का खालसा, वाहिगुरु जी की फतेह। परम सन्मान योग गुरु गरीब निवाज
जुगो जुग अटल तखत चवर छत्र सिंहासन के मालिक, सर्व कला समरथ परम पिता परमेश्वर हरि अकाल पुरख वाहिगुरु जी दे सरगुण स्वरूप गुर परमेश्वर साहिबे कमाल श्री गुरु गोबिंद सिंह सच्चे पातशाह जी महाराज चोजी प्रीतम सच्चे साहिब अमृत के दाते पंथ के वाली शमशेर बहादुर नीले दे शाह असवार चटिया बाजां वाले तख्तां वाले ताजां वाले फौजां वाले बाजां वाले शाही शहनशाह गुरु गोबिंद सिंह दीन दयाल दीना बंधु भगत वशल सतगुरु जी सरबत जीवां दे उपर दयालता कृपालता बख्शिश मिहर करके अपने पावन सतयुगी तप अस्थान तखत सचखंड श्री हजूर श्री अबचल नगर साहिब जी दे सुख दे दर्शन दीदार मेले बख्श करके दसां ही पातशाहियां जी दे पावन आत्मक स्वरूप श्री गुरु ग्रंथ साहिब सच्चे पातशाह महाराज साहिब जी दी सत संगत रूपी गोद बख्शिश करके निहाल किरतार्थ कर रहे ने। वडभागी जनां ने ਅੰਮ੍ਰਿਤ ਵੇਲੇ ਤੋਂ ਵੱਡੇ ਤੜਕੇ ਤੋਂ ਸਤਿਗੁਰਾਂ ਦੇ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਕੇ ਗੋਦ ਦੇ ਅੰਦਰ ਸੱਜ ਕਰਕੇ ਅੰਮ੍ਰਿਤ ਗੁਰਬਾਣੀ ਦੁਆਰਾ ਸਤਿਗੁਰੂ ਜੀ ਦੇ ਪ੍ਰੇਮ ਰਸ ਨੂੰ ਮਾਣ ਕਰਕੇ ਭਗਤੀ ਦੇ ਲਾਹੀ ਪ੍ਰਾਪਤ ਕਰਨਾ ਕੀਤੇ ਨੇ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਵਕਤ ਹੋਇਆ ਹੈ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਸਤਿਗੁਰੂ ਜੀ ਦੇ ਪਿਆਰ ਵਾਲੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਰਸਨਾ ਦੀ ਪਵਿੱਤਰਤਾ ਅਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਸਹਿਤ ਪਿਆਰ ਦੇ ਉਚਾਰਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੰਦਰਪੁਰੀ ਮਹਿ ਸਰ ਪਰ ਮਰਣਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪੰਜਵੇਂ ਸਰਗੁਣ ਸਰੂਪ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਸੱਚ ਦਾ ਉਪਦੇਸ਼ ਗੌੜੀ ਰਾਗ ਦੇ ਅੰਦਰ ਫਰਮਾ ਰਹੇ ਨੇ। ਸਾਧ ਸੰਗਤ ਜੀ ਕੱਲ ਦੇ ਦੀਵਾਨ ਅੰਦਰ ਸੂਖਸ਼ਮ ਸ਼ਬਦਾਂ ਦੇ ਅੰਦਰ ਸਰਵਣ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ ਵਿਖੇ ਭਾਈ ਮਾਧੋ ਦਾਸ ਜੀ ਜੋ ਸ੍ਰੀਨਗਰ ਕਸ਼ਮੀਰ ਦੇ ਇਲਾਕੇ ਵਿੱਚ ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਤੇ ਬ੍ਰਹਮ ਗਿਆਨੀ ਮਹਾਂਪੁਰਖ ਸਨ। ਐਸੇ ਹੋਰ ਗੁਰਸਿੱਖ ਪਿਆਰੇ ਮਹਾਂਪੁਰਖ ਤੇ ਸਤਿਗੁਰੂ ਜੀ ਦੀਆਂ ਸੰਗਤਾਂ ਗੁਰਚਰਨਾਂ ਵਿਖੇ ਸਜੀਆਂ ਹੋਈਆਂ ਨੇ ਤੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਣਾ ਕਰਦੀਆਂ ਨੇ ਅਥਵਾ ਗੁਰਸਿੱਖ ਪੁੱਛਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਦੁਨੀਆ ਦੇ ਸਾਧਨ ਬੜੇ ਯਤਨ ਕਰਕੇ ਪ੍ਰਾਪਤ ਕੀਤੇ ਜਾਂਦੇ ਨੇ ਕਿ ਸਾਡੇ ਨਾਲ ਵੀ ਨਿਭਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਸੀ। ਭਾਈ ਗੁਰਮੁਖੋ ਨਾਮ ਤੋਂ ਬਿਨਾਂ ਕੁਝ ਵੀ ਸਾਥ ਨਿਭਣ ਵਾਲਾ ਨਹੀਂ। ਜੋ ਕੁਝ ਵੀ ਹੈ ਟਲ ਜਾਂਦਾ ਹੈ, ਕੁਝ ਵੀ ਨਹੀਂ ਰਹਿੰਦਾ, ਸਭ ਕੁਝ ਬਿਨਸਨਹਾਰ ਹੈ। ਤੇ ਹਜ਼ੂਰ ਨੇ ਪ੍ਰਵਚਨ ਫਰਮਾਵਣਾ ਕੀਤੇ ਪ੍ਰਥਮੇ ਗਰਭ ਵਾਸ ਤੇ ਟਰਿਆ। ਪਹਿਲਾਂ ਜਿੱਥੇ ਤੇਰਾ ਵਾਸਾ ਸੀ ਭਾਈ ਮਾਤਾ ਦੇ ਉਦਰ ਵਿੱਚ ਉਥੋਂ ਟਲਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਐਸੀ ਤੇਰੀ ਹਾਲਤ ਹੋ ਗਈ, ਪੁੱਤਰ ਕਲਤਰ ਕੁਟੰਬ ਸੰਗ ਜੁਰਿਆ। ਵੱਡਾ ਹੋਇਆ, ਜਵਾਨ ਹੋਇਆ, ਤੇਰੇ ਘਰ ਵਾਲਿਆਂ ਨੇ ਕਲਤਰ ਇਸਤਰੀ ਦੇ ਨਾਲ ਤੇਰਾ ਆਨੰਦ ਕਾਰਜ ਕਰ ਦਿੱਤਾ। ਫਿਰ ਪੁੱਤਰ ਇਤਿਆਦਿਕ ਘਰ ਵਿੱਚ ਔਲਾਦ ਪੈਦਾ ਹੋ ਗਈ। ਫਿਰ ਕੁਟੰਬ ਸੰਗ ਜੁਰਿਆ, ਆਪਣੇ ਖਾਨਦਾਨ ਕੁਲ ਪਰਿਵਾਰ ਦੇ ਨਾਲ ਤੂੰ ਜੁੜ ਗਿਆ। ਤੇਰਾ ਜਿਹੜਾ ਮਨ ਸੀ ਨਾ ਉਹ ਸੰਬੰਧੀਆਂ ਦੇ ਮੋਹ ਦੇ ਵਿੱਚ ਜੁੜ ਗਿਆ। ਭੋਜਨ ਅਨੇਕ ਪ੍ਰਕਾਰ ਬਹੁ ਕੱਪੜੇ, ਅਨੇਕ ਪ੍ਰਕਾਰ ਦੇ ਭੋਜਨਾਂ ਦੇ ਰਸਾਂ ਕਸਾਂ ਦੇ ਵਿੱਚ ਲੱਗ ਗਿਆ, ਕੱਪੜੇ ਪਾਉਣ ਦੇ ਵਿੱਚ ਲੱਗ ਗਿਆ। ਇਹਨਾਂ ਦੇ ਨਾਲ ਤੇਰਾ ਮੋਹ ਲੱਗ ਗਿਆ। ਸਰ ਪਰ ਗਵਨ ਕਰ ਹੈਗੇ ਬਪੁਰੇ, ਹੇ ਝੱਲੇ ਪੁਰਸ਼ਾ, ਅਣਜਾਣ ਪੁਰਸ਼ਾ, ਕਮਲਿਆ ਪੁਰਸ਼ਾ, ਇਹ ਕੋਈ ਸਦੀਵ ਤੇਰੇ ਸੰਗੀ ਥੋੜੇ ਨੇ।
ਜ਼ਰੂਰ ਬਰ ਜ਼ਰੂਰ ਤੈਨੂੰ ਇੱਕ ਦਿਨ ਛੱਡ ਜਾਣਗੇ, ਤੇ ਜਿੱਦਣ ਤੇਰੇ ਸਰੀਰ ਵਿੱਚ ਪ੍ਰਾਣ ਨਾ ਰਹੇ ਫਿਰ ਤੂੰ ਇਹਨਾਂ ਨੂੰ ਛੱਡ ਕੇ ਚੱਲਿਆ ਜਾਵੇਗਾ। ਤੇ ਗੁਰਸਿੱਖਾਂ ਨੇ ਫਿਰ ਬੇਨਤੀ ਕਰਨਾ ਕੀਤੀ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਸਾਨੂੰ ਦੱਸਣਾ ਕਰੋ, ਕੋਈ ਐਸਾ ਸਥਾਨ ਵੀ ਹੈ ਜਿਹੜਾ ਕਦੇ ਟਲਦਾ ਨਹੀਂ, ਜਿਹੜਾ ਸਥਿਰ ਹੈ। ਕਵਨ ਅਸਥਾਨ ਜੋ ਕਬ ਹੋ ਨਾ ਟਰੈ। ਮਹਾਰਾਜ ਉਹ ਕਿਹੜਾ ਸਥਾਨ ਹੈ ਜਿਹੜਾ ਕਦੇ ਟਲਦਾ ਹੀ ਨਹੀਂ। ਕਵਨ ਸ਼ਬਦ ਜਿਤ ਦੁਰਮਤ ਹਿਰੈ, ਦੁਰਮਤ ਹਰੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਿਹੜਾ ਉਪਦੇਸ਼ ਹੈ, ਕਿਹੜਾ ਸ਼ਬਦ ਹੈ ਜਿਸ ਨੂੰ ਧਾਰਨ ਕਰਨੇ ਦੇ ਨਾਲ ਖੋਟੀ ਮਤ ਜਿਹੜੀ ਹਰੈ ਨਾਸ ਹੋ ਜਾਂਦੀ ਏ, ਖੋਟੀ ਮਤ ਹੀ ਮਿਟ ਜਾਵੇ। ਜਿਹੜੀ ਮਤ ਪਦਾਰਥਾਂ ਵਿੱਚ ਲੱਗੀ ਏ, ਸੰਬੰਧੀਆਂ ਵਿੱਚ ਲੱਗੀ ਏ, ਜਿਹੜੀ ਮਤ ਨੇ ਪ੍ਰਮਾਤਮਾ ਜੀ ਨੂੰ ਭੁਲਾ ਹੀ ਦਿੱਤਾ, ਸਿਮਰਨ ਭੁਲਾ ਦਿੱਤਾ, ਫਿਰ ਖੋਟੀ ਮਤ ਹੋਈ ਨਾ। ਮਹਾਰਾਜ ਐਸਾ ਸੱਚ ਦਾ ਉਪਦੇਸ਼ ਕਿਹੜਾ ਹੈ ਜਿਸ ਨੂੰ ਧਾਰਨ ਕਰ ਲਈਏ ਤੇ ਖੋਟੀ ਮਤ ਸਾਡੀ ਨਾਸ਼ ਹੋ ਜਾਵੇ, ਆਤਮ ਵਿਸ਼ੈਣੀ ਮਤ ਵਾਲੇ ਅਸੀਂ ਹੋ ਜਾਈਏ। ਇਸ ਪ੍ਰਕਾਰ ਰਹਾਉ ਉਚਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਨੂੰ ਵਿਸ਼ਰਾਮ ਦਿੱਤਾ ਹੈ। ਇਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਕੱਲ ਸਰਵਣ ਕੀਤੀ ਸੀ ਸੂਖਸ਼ਮ ਸ਼ਬਦਾਂ ਦੇ ਅੰਦਰ। ਇਸ ਤੋਂ ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਦੀ ਨਿਰਾਰਥਕਤਾ ਦਰਸਾਵਣਾ ਕਰਦੇ ਨੇ, ਅਸਥਿਰਤਾ ਦਿਖਾਵਣਾ ਕਰਦੇ ਨੇ। ਜਿਹੜਾ ਸੰਸਾਰ ਭਾਈ ਸਥਿਰ ਨਹੀਂ, ਦੁਨੀਆ ਦੇ ਪਦਾਰਥ ਸਥਿਰ ਨਹੀਂ, ਕੁਝ ਵੀ ਸਥਿਰ ਨਹੀਂ। ਤੇ ਜਗਿਆਸੂ ਨੇ ਬੇਨਤੀ ਕਰਨਾ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਜੇਕਰ ਦੁਨੀਆ ਦੇ ਪਦਾਰਥ ਸਥਿਰ ਨਹੀਂ, ਇਸ ਲੋਕ ਤੋਂ ਅੱਗੇ ਇੱਕ ਹੋਰ ਵੀ ਤੇ ਲੋਕ ਹੈ ਜਿਸ ਨੂੰ ਅਸੀਂ ਪਰਲੋਕ ਕਹਿੰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਲੋਕ ਦੇ ਅੰਦਰ ਸਵਰਗ ਦੇ ਸੁੱਖ ਬੜੇ ਮਨ ਭਾਉਂਦੇ ਕਹੇ ਜਾਂਦੇ ਨੇ ਕਿ ਸਵਰਗ ਦੇ ਵਿੱਚ ਬੜੇ ਸੁੱਖ ਮਿਲਦੇ ਨੇ। ਉੱਥੇ ਇਹਦਾ ਜਿਹੜਾ ਜੀਵਨ ਹੈ ਬਹੁਤ ਲੰਬਾ ਹੁੰਦਾ ਹੈ ਧਰਤੀ ਦੇ ਜੀਵਨ ਦੇ ਮੁਕਾਬਲੇ। ਮਹਾਰਾਜ ਉੱਥੇ ਦੇਵਤੇ ਨਿਵਾਸ ਕਰਦੇ ਨੇ। ਤੇ ਜੇਕਰ ਮੈਂ ਇੰਦਰ ਦੇਵਤੇ ਦੀ ਭਗਤੀ ਕਰਕੇ ਸਵਰਗ ਦੀ ਪ੍ਰਾਪਤੀ ਕਰ ਲਵਾਂ, ਸਵਰਗ ਵਿੱਚ ਚਲਿਆ ਜਾਵਾਂ, ਤੇ ਮਹਾਰਾਜ ਸਵਰਗ ਤਾਂ ਸਥਿਰ ਹੀ ਰਹਿੰਦਾ ਹੋਵੇਗਾ ਨਾ। ਬੜੇ ਚਿਰ ਤੋਂ ਇਸ ਦੀ ਰਚਨਾ ਹੋਈ ਹੈ ਤੇ ਅੱਜ ਵੀ ਸੁਣੀਦਾ ਕਿ ਸਵਰਗ ਹੈ। ਤੇ ਜੇ ਮੈਂ ਸਵਰਗਪੁਰੀ ਵਿੱਚ ਚਲਿਆ ਜਾਵਾਂ ਫਿਰ ਤਾਂ ਮੇਰਾ ਬਹੁੜੋ ਮਰਨਾ ਨਹੀਂ ਹੋਵੇਗਾ, ਫਿਰ ਤਾਂ ਮੈਂ ਸਥਿਰ ਹੋ ਜਾਵਾਂਗਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਉਪਦੇਸ਼ ਦੀ ਦਾਤ ਫਰਮਾ ਕਰਕੇ ਪਾਵਨ ਗੁਰਬਾਣੀ ਦੇ ਸ਼ਬਦ ਰਾਹੀਂ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰੀਏ ਜੀ। ਇੰਦਰਪੁਰੀ ਮਹਿ ਸਰ ਪਰ ਮਰਣਾ। ਹਜ਼ੂਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਹੇ ਜਗਿਆਸੂ ਜਨੋ, ਸਭ ਤੋਂ ਪਹਿਲਾਂ ਜਾਣ ਲਵੋ ਜਿਹੜਾ ਕਾਲ ਹੈ ਉਹ ਕਿਤੇ ਵੀ ਨਹੀਂ ਛੱਡਦਾ। ਜੋ ਰਾਜਾ ਇੰਦਰ ਹੈ ਉਸ ਦੀ ਪੁਰੀ ਜੋ ਸਵਰਗਪੁਰੀ ਕਹੀ ਜਾਂਦੀ ਹੈ, ਉਸ ਸਵਰਗ ਦੀ ਪੁਰੀ ਦੇ ਵਿੱਚ, ਰਾਜੇ ਇੰਦਰ ਦੀ ਪੁਰੀ ਦੇ ਵਿੱਚ ਵੀ ਸਰ ਪਰ ਜ਼ਰੂਰ ਬਰ ਜ਼ਰੂਰ ਮਰਨਾ ਹੀ ਹੁੰਦਾ ਹੈ। ਸਾਧ ਸੰਗਤ ਜੀ ਇੱਥੇ ਜਿਹੜਾ ਪਾਠ ਹੈ, ਈੜੀ ਨੂੰ ਸਿਹਾਰੀ ਟਿੱਪੀ ਤੇ ਦੱਦੇ ਦੇ ਚਰਨ ਵਿੱਚ ਰਾਰਾ ਹੈ ਇੰਦਰ। ਜਿਵੇਂ ਭਾਈ ਸਾਹਿਬ ਜੀ ਨੇ ਪੜ੍ਹਿਆ ਨਾ, ਇਵੇਂ ਇਸ ਦਾ ਸ਼ੁੱਧ ਉਚਾਰਨ ਹੈ। ਵਿਆਕਰਣ ਦੇ ਅਨੁਸਾਰ ਰਾਰਾ ਅੱਖਰ ਜਿਸ ਅੱਖਰ ਦੇ ਚਰਨ ਵਿੱਚ ਆ ਜਾਵੇ ਨਾ, ਉਸ ਅੱਖਰ ਦੀ ਆਵਾਜ਼ ਅੱਧੀ ਹੋ ਜਾਂਦੀ ਏ ਤੇ ਰਾਰੇ ਦੀ ਆਵਾਜ਼ ਪੂਰੀ ਰਹਿੰਦੀ ਏ ਨੰਨੇ ਅੱਖਰ ਨੂੰ ਛੱਡ ਕੇ। ਇਸ ਪ੍ਰਕਾਰ ਦੱਦਾ ਜਿਹੜਾ ਅੱਧਾ ਰਹਿ ਜਾਵੇਗਾ, ਰਾਰਾ ਪੂਰਾ ਬੋਲਿਆ ਜਾਵੇਗਾ। ਇੰਦਰਪੁਰੀ, ਇੰਦਰਪੁਰੀ ਨਹੀਂ, ਇੰਦਰਪੁਰੀ। ਇੰਦਰਪੁਰੀ ਮਹਿ ਸਰ ਪਰ ਮਰਣਾ। ਰਾਜੇ ਇੰਦਰ ਦੇ ਸਵਰਗਪੁਰੀ ਦੇ ਵਿੱਚ ਵੀ ਜ਼ਰੂਰ ਬਰ ਜ਼ਰੂਰ ਮਰਨਾ ਹੁੰਦਾ ਹੈ। ਬਹੁਤ ਮਨੁੱਖ ਉੱਥੇ ਜਾਂਦੇ ਨੇ, ਜਿਤਨੇ ਪੁੰਨ ਕਰਮ ਕੀਤੇ ਹੁੰਦੇ ਨੇ ਭੋਗ ਕਰਕੇ ਫਿਰ ਉੱਥੋਂ ਉਹਨਾਂ ਦਾ ਪਤਨ ਹੁੰਦਾ ਹੈ, ਗਿਰ ਜਾਂਦੇ ਨੇ, ਨਰਕਾਂ ਵਿੱਚ ਡਿੱਗਦੇ ਨੇ, 84 ਲੱਖ ਦੀਆਂ ਜੂਨੀਆਂ ਦੇ ਵਿੱਚ ਆਉਂਦੇ ਨੇ। ਇਸ ਪ੍ਰਕਾਰ ਸਵਰਗ ਦਾ ਰਾਜਾ ਇੰਦਰ ਵੀ ਮਰਦਾ ਹੈ ਤੇ ਉੱਥੇ ਜਾਣ ਵਾਲਿਆਂ ਨੇ ਸਥਿਰ ਕਿੱਥੋਂ ਰਹਿਣਾ ਹੈ। ਸਾਧ ਸੰਗਤ ਜੀ, ਆਦ ਸਮੇਂ ਤੋਂ ਲੈ ਕਰਕੇ ਧਰਮ ਦੇ ਆਗੂਆਂ ਦੀ ਪਹੁੰਚ ਕੇਵਲ ਤਾਂ ਕੇਵਲ ਸਵਰਗ ਤੱਕ ਹੋਈ ਹੈ। ਜਿਸ ਕਿਸੇ ਨੇ ਸੁੱਖ ਦਾ ਸਾਧਨ ਦੱਸਿਆ, ਤਪਾਂ ਦਾ ਫਲ ਦੱਸਿਆ, ਜੱਗਾਂ ਦਾ ਫਲ ਦੱਸਿਆ, ਉਸਨੇ ਸਵਰਗ ਦੀ ਪ੍ਰਾਪਤੀ ਹੀ ਆਖਿਆ। ਜੇਕਰ ਦੂਸਰੇ ਧਰਮਾਂ ਨੂੰ ਪੜ੍ਹਨਾ ਕਰੀਏ ਨਾ, ਤੇ ਇਸਲਾਮ ਮਤ ਦਾ ਇਹ ਮੰਨਣਾ ਹੈ ਕਿ ਮੁਹੰਮਦ ਸਾਹਿਬ ਜੀ ਬਹਿਸ਼ਤ ਦੇ ਵਿੱਚ ਗਏ ਨੇ। ਗੱਲ ਉਹੀ ਹੋਈ ਹੈ, ਭਾਸ਼ਾ ਬਦਲਣੀ ਹੈ। ਅਰਬੀ ਫਾਰਸੀ ਵਿੱਚ ਕਵਾਂਗੇ ਤੇ ਬਹਿਸ਼ਤ ਕਹਿ ਲਵਾਂਗੇ, ਸੰਸਕ੍ਰਿਤ ਵਿੱਚ ਕਵਾਂਗੇ ਸਵਰਗ ਕਹਿ ਲਵਾਂਗੇ, ਇੰਦਰਪੁਰੀ ਕਹਿ ਲਵਾਂਗੇ, ਨਾਮ ਉਸੇ ਚੀਜ਼ ਦਾ ਹੈ। ਇਸਲਾਮ ਮਤ ਕਹਿੰਦਾ ਹੈ ਕਿ ਮੁਹੰਮਦ ਸਾਹਿਬ ਬਹਿਸ਼ਤ ਵਿੱਚ ਗਏ ਨੇ, ਭਾਵ ਸਵਰਗਪੁਰੀ ਦੇ ਵਿੱਚ ਗਏ ਨੇ।
ਤੇ ਜਿਹੜਾ ਕੋਈ ਮੁਹੰਮਦ ਸਾਹਿਬ ਦੀ ਉਮਤ ਬਣ ਕੇ ਰਹੇਗਾ ਉਸ ਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਜਿਹੜਾ ਦੀਨ ਮੁਹੰਮਦੀ ਨੂੰ ਮੰਨੇਗਾ, ਇਸਲਾਮ ਦੀ ਸ਼ਰ੍ਹਾ ਨੂੰ ਕਬੂਲ ਕਰੇਗਾ, ਉਹ ਸਵਰਗਪੁਰੀ ਵਿੱਚ ਜਾਵੇਗਾ, ਬਹਿਸ਼ਤਾਂ ਦੇ ਵਿੱਚ ਜਾਵੇਗਾ। ਮੁਹੰਮਦ ਸਾਹਿਬ ਉਸ ਦੀ ਸਿਫਾਰਿਸ਼ ਕਰਨਗੇ ਅੱਲਾਹ ਤਾਲਾ ਦੇ ਕੋਲ ਕਿ ਇਹ ਮੇਰੀ ਉਮਤ ਨੇ। ਅਸੀਂ ਪ੍ਰਸੰਗ ਨੂੰ ਅੱਗੇ ਨਹੀਂ ਲਿਜਾਣਾ, ਕੇਵਲ ਤਾਂ ਕੇਵਲ ਸਵਰਗਪੁਰੀ ਦਾ ਜੋ ਜ਼ਿਕਰ ਹੈ। ਇਸੇ ਪ੍ਰਕਾਰ ਜੇ ਈਸਾਈ ਮਤ ਨੂੰ ਪੜ੍ਹਨਾ ਕਰੀਏ ਤੇ ਈਸਾਈ ਮਤ ਦੇ ਪ੍ਰਚਾਰਕ ਅਥਵਾ ਬਾਈਬਲ ਇਹ ਗੱਲ ਦੱਸਦੀ ਏ ਕਿ ਜੀਸਸ ਜੀ ਭਾਵ ਯਿਸੂ ਮਸੀਹ ਜੀ ਸਵਰਗਪੁਰੀ ਦੇ ਵਿੱਚ ਗਏ ਨੇ। ਉਸ ਦਾ ਵਾਸਾ ਸਵਰਗਾਂ ਦੇ ਵਿੱਚ ਹੋਇਆ ਹੈ। ਪਰ ਜਿਹੜੀ ਯਾਦ ਰੱਖਣ ਵਾਲੀ ਨੁਕਤਾ ਨਿਗਾਹ ਦੀ ਬਾਤ ਹੈ ਉਹ ਉੱਥੇ ਪਹੁੰਚਣ ਤੱਕ ਦੀ ਹੈ ਕਿ ਉੱਥੇ ਪਹੁੰਚੇ ਨੇ, ਉੱਥੇ ਦੇ ਰਾਜੇ ਨਹੀਂ। ਨਾ ਤੇ ਮੁਹੰਮਦ ਸਾਹਿਬ ਉੱਥੇ ਦੇ ਰਾਜੇ ਨੇ, ਨਾ ਇਸੇ ਪ੍ਰਕਾਰ ਜੀਸਸ ਜੀ ਸਵਰਗਪੁਰੀ ਦੇ ਰਾਜੇ ਨੇ। ਉੱਥੇ ਪਹੁੰਚੇ ਨੇ, ਉੱਥੇ ਗਏ ਨੇ ਕਿਸੇ ਦੀ ਉਮਤ ਬਣ ਕੇ। ਇਹਨਾਂ ਦਾ ਵੀ ਰਾਜਾ ਫਿਰ ਇੰਦਰ ਰਾਜਾ ਹੀ ਬਣਦਾ ਹੈ, ਕਿਉਂਕਿ ਇਹ ਉੱਥੇ ਗਏ ਨੇ, ਉੱਥੇ ਵਸਦੇ ਨੇ ਤੇ ਰਾਜ ਉੱਥੇ ਇੰਦਰ ਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਹਿੰਦੂ ਮਤ ਦੀਆਂ ਪੁਸਤਕਾਂ ਪੜ੍ਹ ਲਈਏ, ਇਤਿਹਾਸ ਪੜ੍ਹ ਲਈਏ ਤੇ ਪਤਾ ਲੱਗਦਾ ਹੈ ਕ੍ਰਿਸ਼ਨ ਭਗਵਾਨ ਜੀ ਸਵਰਗਪੁਰੀ ਵਿੱਚ ਗਏ ਨੇ, ਰਾਮਚੰਦਰ ਜੀ ਸਵਰਗਪੁਰੀ ਵਿੱਚ ਗਏ ਨੇ। ਇਸ ਦਾ ਜ਼ਿਕਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕਰਕੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਵੀ ਫਰਮਾਨ ਕਰਦੇ ਨੇ। ਸੁਰਗ ਬਾਸ ਰਘੁਬਰ ਸਗਰੀ ਪੁਰੀ ਸਮੇਤ ਸਗਰੀ ਰਘੁਬਰ ਨੇ ਰਾਮਚੰਦਰ ਜੀ ਨੇ ਸਾਰੀ ਅਯੋਧਿਆ ਪੁਰੀ ਦੇ ਸਮੇਤ ਸਾਰੀ ਦੇ ਉੱਤੇ ਵਸੀ ਦੇ ਸਮੇਤ ਬਾਗਾਂ ਦੇ ਵਿੱਚ ਸਵਰਗਾਂ ਦੇ ਵਿੱਚ ਵਸਦਾ ਸਵਰਗਾਂ ਦੇ ਵਿੱਚ ਵਸਦਾ। ਰਾਮਚੰਦਰ ਜੀ ਵੀ ਸਵਰਗ ਦੇ ਵਿੱਚ ਵਸਦੇ ਨੇ, ਉੱਥੇ ਰਾਜ ਰਾਮਚੰਦਰ ਜੀ ਦਾ ਨਹੀਂ। ਰਾਜ ਕਿਸ ਦਾ ਹੈ ਜੀ? ਇੰਦਰਪੁਰੀ। ਇੰਦਰਪੁਰੀ ਦੇ ਵਿੱਚ ਰਾਜੇ ਇੰਦਰ ਦਾ ਰਾਜ ਹੈ ਤੇ ਉੱਥੇ ਜਾ ਕਰਕੇ ਵੀ ਸਰ ਪਰ ਮਰਨਾ, ਮੌਤ ਸਿਰ ਤੇ ਹੀ ਰਹਿੰਦੀ ਏ, ਕਾਲ ਸਿਰ ਤੇ ਹੀ ਰਹਿੰਦਾ ਹੈ। ਸਰ ਪਰ ਜ਼ਰੂਰ ਪਰ ਜ਼ਰੂਰ ਮਰਨਾ ਹੁੰਦਾ ਹੈ। ਉੱਥੇ ਜਾ ਕਰਕੇ ਵੀ ਜਿਹੜਾ ਜੀਵ ਹੈ ਨਾ ਉਹ ਕਿਸੇ ਪ੍ਰਕਾਰ ਜੰਮਣ ਮਰਨ ਤੋਂ ਰਹਿਤ ਨਹੀਂ ਹੁੰਦਾ ਹੈ। ਆਪ ਸਭ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਦੇ ਸਰੋਤੇ ਹੋ, ਇਤਿਹਾਸ ਦੇ ਸਰੋਤੇ ਹੋ। ਆਪ ਜੀ ਜਾਣਦੇ ਹੋ ਰਾਮਚੰਦਰ ਜੀ ਨੇ ਜਿਸ ਕੀੜੇ ਦੀਆਂ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ ਸਨ, ਕੰਧ ਤੇ ਨਹੀਂ ਸੀ ਚੜਿਆ ਜਾਂਦਾ, ਵੇਖ ਕੇ ਹੱਸੇ ਸਨ। ਤਿਨਾਂ ਦੇ ਗੁਰੂ ਨੇ ਸ਼ੰਕਾ ਕੀਤੀ ਸੀ ਰਾਮਚੰਦਰ ਜੀ ਕਿਉਂ ਹੱਸੇ, ਤੇ ਫਿਰ ਕਹਿਣਾ ਕੀਤਾ ਸੀ ਇਹ ਜਿਹੜਾ ਕੀੜਾ ਪਿਛਲੀਆਂ ਲੱਤਾਂ ਟੁੱਟੀਆਂ ਨੇ ਅੱਜ ਕੰਧ ਤੇ ਨਹੀਂ ਚੜਿਆ ਜਾਂਦਾ, ਬਾਰ-ਬਾਰ ਚੜਦਾ ਤੇ ਡਿੱਗਦਾ ਹੈ। 14 ਵਾਰ ਸਵਰਗ ਦਾ ਰਾਜਾ ਬਣ ਚੁੱਕਿਆ ਹੈ, 14 ਵਾਰ ਇੰਦਰ ਦੀ ਪਦਵੀ ਪ੍ਰਾਪਤ ਕਰ ਚੁੱਕਿਆ ਹੈ। ਨਾਮ ਨਾ ਜਪਿਆ, ਸਿਮਰਨ ਨਾ ਕੀਤਾ, ਰੰਗ ਰਾਗ ਦੇ ਵਿੱਚ ਲੱਗਾ ਰਿਹਾ। ਅੱਜ ਹਾਲਤ ਐਸੀ ਹੈ ਕੀੜੇ ਦੀ ਜੂਨ ਪ੍ਰਾਪਤ ਹੋਈ ਹੈ ਤੇ ਕੰਧ ਤੇ ਵੀ ਨਹੀਂ ਚੜਿਆ ਜਾਂਦਾ। ਕਹਿਣ ਲੱਗੇ ਜੀ ਕਿਵੇਂ ਯਕੀਨ ਆਵੇ, ਸਭਨਾਂ ਨੂੰ ਦਿਖਾਓ। ਤੇ ਰਾਮਚੰਦਰ ਜੀ ਨੇ ਸਰਬਗਤਾ ਸਾਰਿਆਂ ਨੂੰ ਬਖਸ਼ ਕਰਕੇ ਸਾਰਿਆਂ ਨੂੰ ਦਿਖਾਵਣਾ ਕੀਤਾ ਸੀ ਕਿ ਇਹ 14 ਵਾਰ ਸਵਰਗ ਦੀ ਰਾਜਗੱਦੀ ਤੇ ਬੈਠ ਚੁੱਕਾ ਹੈ, ਰਾਜਾ ਬਣ ਚੁੱਕਾ ਹੈ। ਪਰ ਫਿਰ ਮਰ ਕਰਕੇ 84 ਲੱਖ ਦੀਆਂ ਜੂਨੀਆਂ 'ਚ ਆ ਗਿਆ। ਅੱਜ ਕੀੜੇ ਦੀ ਜੂਨ ਪ੍ਰਾਪਤ ਹੈ, ਕੰਧ ਤੇ ਵੀ ਨਹੀਂ ਚੜਿਆ ਜਾਂਦਾ, ਪਿਛਲੀਆਂ ਦੋਵੇਂ ਲੱਤਾਂ ਟੁੱਟੀਆਂ ਹੋਈਆਂ ਨੇ। ਇਸੇ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਨੇ, ਪਿਆਰਿਓ ਸਵਰਗ ਵਿੱਚ ਚਲੇ ਜਾਣਾ ਕਿਤਨੀ ਕੁ ਵੱਡੀ ਗੱਲ ਹੈ। ਗੁਰਬਾਣੀ ਦਾ ਤੇ ਪੁੰਨ ਪ੍ਰਤਾਪ ਇਤਨਾ ਹੈ, ਸਵਰਗ ਦੇ ਰਾਜੇ ਬਣ ਜਾਣਾ ਵੀ ਇੱਕ ਨਿੱਕੀ ਜੀ ਗੱਲ ਹੈ। ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜਨ ਹੈ। ਧਨ ਦੀ ਪ੍ਰਾਪਤੀ ਕਰ ਲੈਣੀ ਕੋਈ ਦੁਰਲਭ ਚੀਜ਼ ਨਹੀਂ, ਬਹੁਤ ਜ਼ਿਆਦਾ ਰੂਪਵੰਤ ਹੋਣਾ ਬਹੁਤ ਦੁਰਲਭ ਚੀਜ਼ ਨਹੀਂ। ਇਥੋਂ ਤੱਕ ਕਿ ਨਸ਼ ਦੁਰਲਭੰ ਨਹੀਂ ਦੁਰਲਭ ਹੈ, ਸਵਰਗ ਰਾਜਨ ਹੈ। ਸਵਰਗ ਦਾ ਰਾਜ ਵੀ ਦੁਰਲਭ ਨਹੀਂ। ਸਵਰਗ ਵਿੱਚ ਜਾਣਾ ਤੇ ਨਿੱਕੀ ਜੀ ਗੱਲ ਹੈ, ਸਵਰਗ ਦੇ ਰਾਜੇ ਬਣ ਜਾਣਾ ਵੀ ਕੋਈ ਵੱਡੀ ਗੱਲ ਨਹੀਂ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਵੇਦਾਂਤ ਮਤ ਵਾਲਿਆਂ ਦਾ ਮੰਨਣਾ ਹੈ ਕਿ 4,32,000 ਵਰੇ ਕਲਯੁਗ ਦੀ ਉਮਰ ਹੈ, 8,64,000 ਵਰੇ ਦੁਆਪਰ ਦੀ ਉਮਰ ਹੈ, 12,96,000 ਵਰੇ ਤ੍ਰੇਤੇ ਯੁੱਗ ਦੀ ਉਮਰ ਹੈ, 17,28,000 ਵਰੇ ਸਤਯੁਗ ਦੀ ਉਮਰ ਹੈ। ਚਾਰੇ ਯੁੱਗਾਂ ਦੀ ਉਮਰ ਮਿਲਾ ਦਈਏ, ਇਕੱਠੀ ਕਰ ਦਈਏ ਤੇ 43,20,000 ਵਰੇ ਬਣਦੇ ਆ। ਚਾਰੇ ਯੁੱਗ ਜਦੋਂ ਲੰਘ ਜਾਂਦੇ ਨੇ 43,20,000 ਵਰੇ ਦਾ ਸਮਾਂ ਬਣਦਾ ਹੈ ਤੇ ਚਾਰੇ ਯੁੱਗ ਲੰਘ ਜਾਂਦੇ ਨੇ ਤੇ ਇਸ ਨੂੰ ਯੁੱਗਾਂ ਦੀ ਇੱਕ ਚੌਂਕੜੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਚਾਰੇ ਯੁੱਗ ਜਦੋਂ ਇੱਕ ਇੱਕ ਚੌਂਕੜੀ ਇਹਨਾਂ ਦੀ 1000 ਵਾਰ ਲੰਘ ਜਾਂਦੀ ਹੈ, ਭਾਵ ਚਾਰੇ ਯੁੱਗ 1000 ਵਾਰ ਲੰਘ ਜਾਂਦੇ ਨੇ ਤੇ ਬ੍ਰਹਮੇ ਦਾ ਇੱਕ ਦਿਨ ਬਣਦਾ ਹੈ
ਫਿਰ 1000 ਚੌਂਕੜੀ ਲੰਘ ਜਾਂਦੀ ਏ ਤੇ ਰਾਤ ਬਣਦੀ ਏ। ਇਸ ਪ੍ਰਕਾਰ ਦੇ 365 ਰਾਤ ਦਿਨ ਲੰਘਣੇ ਦੇ ਨਾਲ ਬ੍ਰਹਮੇ ਦਾ ਇੱਕ ਦਿਨ ਬਣਦਾ, ਇੱਕ ਰਾਤ ਬਣਦੀ ਏ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਐਸੇ 365 ਰਾਤ ਦਿਨਾਂ ਦਾ ਬ੍ਰਹਮੇ ਦਾ ਇੱਕ ਸਾਲ ਹੈ ਤੇ 100 ਸਾਲ ਬ੍ਰਹਮੇ ਦੀ ਉਮਰ ਹੈ। ਐਸੇ ਸਾਲਾਂ ਨੂੰ ਦਿਵ ਬਰਖ ਕਿਹਾ ਜਾਂਦਾ ਹੈ। ਤੇ ਜਿਹੜਾ ਬ੍ਰਹਮੇ ਦਾ ਇੱਕ ਦਿਨ ਹੈ ਨਾ, ਭਾਵ 1000 ਚੌਂਕੜੀ ਏ ਚਾਰੇ ਯੁਗਾਂ ਦੀ, ਬ੍ਰਹਮੇ ਦੇ ਇੱਕ ਦਿਨ ਦੇ ਵਿੱਚ 14 ਰਾਜੇ ਇੰਦਰ ਸਵਰਗਪੁਰੀ ਦਾ ਰਾਜ ਭੋਗ ਕੇ ਉਮਰਾਂ ਪੂਰੀ ਕਰਕੇ ਮਰ ਜਾਂਦੇ ਨੇ ਬ੍ਰਹਮੇ ਦੇ ਇੱਕ ਦਿਨ ਵਿੱਚ। ਇੱਥੇ ਰਾਜਾ ਇੰਦਰ ਵੀ ਸੁਰੱਖਿਅਤ ਨਹੀਂ, ਉਹ ਵੀ ਮਰਦਾ ਹੈ, ਜਮਪੁਰੀ ਵਿੱਚ ਆਉਂਦਾ ਹੈ, ਨਰਕਾਂ ਵਿੱਚ ਜਾਂਦਾ ਹੈ, ਉਸ ਦਾ ਵੀ ਛੁਟਕਾਰਾ ਨਹੀਂ। ਤੇ ਜਿੱਥੇ ਦਾ ਰਾਜਾ ਕਾਇਮ ਨਹੀਂ, ਉੱਥੇ ਦੀ ਪ੍ਰਜਾ ਕਾਇਮ ਕਿੱਥੇ ਰਵੇਗੀ? ਜੇ ਰਾਜੇ ਦਾ ਹੀ ਛੁਟਕਾਰਾ ਨਹੀਂ ਤੇ ਪ੍ਰਜਾ ਦਾ ਛੁਟਕਾਰਾ ਕਿੱਥੋਂ? ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਪਿਆਰਿਓ, ਇੰਦਰਪੁਰੀ ਦੇ ਵਿੱਚ ਵੀ ਸਰ ਪਰ ਮਰਨਾ, ਜ਼ਰੂਰ ਬਰ ਜ਼ਰੂਰ ਮਰਨਾ ਹੁੰਦਾ ਹੈ, ਸਥਿਰਤਾ ਉੱਥੇ ਵੀ ਨਹੀਂ ਹੈ। ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ। ਤੇ ਜਗਿਆਸੂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬ੍ਰਹਮਦੇਵ ਜੀ ਤਾਂ ਸ੍ਰਿਸ਼ਟੀ ਦੇ ਕਰਤਾ ਮੰਨੇ ਜਾਂਦੇ ਨੇ। ਜੇਕਰ ਮੈਂ ਬ੍ਰਹਮੇ ਦੀ ਉਪਾਸਨਾ ਕਰਾਂ, ਬ੍ਰਹਮੇ ਦੀ ਭਗਤੀ ਕਰਾਂ ਤੇ ਇਸ ਦੀ ਬੰਦਗੀ ਕਰਾਂ, ਬ੍ਰਹਮਪੁਰੀ ਵਿੱਚ ਚਲਿਆ ਜਾਵਾਂ, ਫਿਰ ਤਾਂ ਮੇਰਾ ਛੁਟਕਾਰਾ ਹੋ ਸਕਦਾ, ਫਿਰ ਤੇ ਜੰਮਣ ਮਰਨ ਤੋਂ ਬਚ ਸਕਦਾ। ਗੁਰਸਿੱਖੋ, ਇਹ ਜਿਹੜੇ ਸਵਾਲ ਨੇ ਨਾ ਕਿਸੇ ਆਮ ਜਗਿਆਸੂ ਦੇ ਨੇ, ਕਿਉਂਕਿ ਜਿਹੜੇ ਆਮ ਜਗਿਆਸੂ ਨੇ ਵੇਦ ਸ਼ਾਸਤਰਾਂ ਨੂੰ ਸਰਵਣ ਕੀਤਾ ਹੋਇਆ, ਸੁਣਿਆ ਜਾਂ ਪੜ੍ਹਿਆ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਇਤਿਆਦਿਕ ਤੱਕ ਤਿੰਨਾਂ ਦੀ ਪਹੁੰਚ ਹੈ, ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਤੱਕ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਸੱਚਖੰਡ ਦਰਬਾਰ ਦੀ ਸਮਝ ਬਖਸ਼ੀ ਹੈ, ਜੋ ਅੱਗੇ ਜ਼ਿਕਰ ਆਵੇਗਾ। ਕੋਈ ਆਮ ਜਨ ਸਾਧਾਰਨ ਹੋਵੇਗਾ ਤੇ ਬੇਨਤੀ ਕੀਤੀ ਜਿਸ ਨੂੰ ਗੁਰਮਤ ਦਾ ਗਿਆਨ ਨਹੀਂ, ਪਰ ਕਾਲ ਚੱਕਰ ਚੋਂ ਬਚਣਾ ਚਾਹੁੰਦਾ ਹੈ, ਤੇ ਮਹਾਰਾਜ ਸਾਹਿਬ ਜੀ ਨੂੰ ਪੁੱਛਦਾ, ਮਹਾਰਾਜ ਜੇਕਰ ਇੰਦਰਪੁਰੀ ਵਿੱਚ ਮੌਤ ਨਹੀਂ ਛੱਡਦੀ ਤੇ ਬ੍ਰਹਮਪੁਰੀ ਵਿੱਚ ਚਲਿਆ ਜਾਵਾਂ, ਉੱਥੇ ਤੇ ਕਾਲ ਨਹੀਂ ਵਿਆਪਦਾ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਹ ਪਿਆਰੇ, ਬ੍ਰਹਮਪੁਰੀ ਦੇ ਵਿੱਚ ਜਾ ਕਰਕੇ ਵੀ ਜਿਹੜਾ ਰਹਿਣਾ ਹੈ ਉਹ ਕਦੇ ਨਿਸ਼ਚਲ ਨਹੀਂ ਹੁੰਦਾ, ਸਦੀਵ ਕਾਲ ਵਾਸਤੇ ਸਥਿਰ ਨਹੀਂ ਹੁੰਦਾ, ਟਿਕਾਏਮਾਨ ਨਹੀਂ ਹੁੰਦਾ, ਉੱਥੇ ਵੀ ਮੌਤ ਮਾਰਦੀ ਹੈ। ਬ੍ਰਹਮਾ ਵੀ ਮਰਦਾ ਹੈ, ਬ੍ਰਹਮਪੁਰੀ ਦਾ ਵੀ ਨਾਸ਼ ਹੁੰਦਾ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਇਤਿਹਾਸ ਦੇ ਵਿੱਚ ਇੱਕ ਮਾਈ ਭਾਗ ਭਰੀ ਦਾ ਜ਼ਿਕਰ ਆਉਂਦਾ ਹੈ। ਸ੍ਰੀਨਗਰ ਕਸ਼ਮੀਰ ਦੇ ਇਲਾਕੇ ਦੇ ਵਿੱਚ ਮਾਈ ਭਾਗ ਭਰੀ ਹੈ, ਬੜੀ ਬੰਦਗੀ ਕਰਦੀ ਹੈ, ਬੜਾ ਸਿਮਰਨ ਕਰਦੀ ਹੈ, ਬੜਾ ਭਜਨ ਕਰਦੀ ਹੈ ਉਹ ਮਾਤਾ। ਤੇ ਜਦੋਂ ਉਸਦੇ ਸਰੀਰ ਦਾ ਅੰਤਮ ਸਮਾਂ ਹੋਇਆ ਨਾ, ਤੇ ਸਾਧ ਸੰਗਤ ਜੀ, ਰਾਜਾ ਇੰਦਰ ਉਸਦੇ ਕੋਲ ਆਇਆ ਹੈ, ਚੱਲ ਮਾਈ ਤੈਨੂੰ ਸਵਰਗ ਵਿੱਚ ਲੈ ਚਲੀਏ, ਉੱਥੇ ਜਾ ਕਰਕੇ ਸੁਖ ਮੰਨਣਾ ਕਰੀ। ਤੇ ਮਾਤਾ ਜੀ ਨੇ ਕਹਿਣਾ ਕੀਤਾ, ਮੈਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਗੌੜੀ ਰਾਗ ਵਾਲੇ ਸ਼ਬਦ ਦੇ ਨਾਲ ਸੋਝੀ ਹੋਈ ਏ, ਜੋ ਪ੍ਰਥਮੇ ਗਰਭ ਵਾਸਤੇ ਟਰਿਆ, ਜਿਸ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹਾਂ। ਮਾਤਾ ਭਾਗ ਭਰੀ ਨੇ ਕਹਿਣਾ ਕੀਤਾ, ਹੇ ਦੇਵਰਾਜ ਇੰਦਰ, ਮੈਨੂੰ ਸਤਿਗੁਰੂ ਜੀ ਦੇ ਸ਼ਬਦ ਨੇ ਸਮਝ ਬਖਸ਼ੀਏ, ਸਵਰਗਪੁਰੀ ਵਿੱਚ ਜਾ ਕਰਕੇ ਵੀ ਜੰਮਣ ਮਰਨ ਤੋਂ ਛੁੱਟੀ ਦਾ ਨਹੀਂ, ਇਸ ਕਰਕੇ ਮੈਂ ਸਵਰਗਪੁਰੀ ਵਿੱਚ ਨਹੀਂ ਜਾਣਾ, ਤੇਰੇ ਨਾਲ ਨਹੀਂ ਜਾਣਾ। ਮਾਤਾ ਦੀ ਬੰਦਗੀ ਬੜੀ ਏ, ਤੇ ਸਾਧ ਸੰਗਤ ਜੀ, ਜਿਸ ਦੀ ਬੰਦਗੀ ਹੋਵੇ ਨਾ, ਦੇਵਤੇ ਵੀ ਅਤਿਅੰਤ ਸਨਮਾਨ ਕਰਦੇ ਨੇ। ਫਿਰ ਸਨਮਾਨ ਵਾਸਤੇ ਬ੍ਰਹਮਦੇਵ ਜੀ ਆਏ ਨੇ, ਤੇ ਆ ਕਰਕੇ ਕਹਿਣ ਲੱਗੇ, ਹੈ ਮਾਤਾ, ਚੱਲ ਮੈਂ ਤੈਨੂੰ ਆਪਣੀ ਪੁਰੀ ਬ੍ਰਹਮਪੁਰੀ ਵਿੱਚ ਲੈ ਜਾਂਦਾ ਹਾਂ। ਮਾਤਾ ਨੇ ਕਹਿਣਾ ਕੀਤਾ, ਬ੍ਰਹਮਦੇਵ ਜੀ ਤੁਸੀਂ ਚੱਲ ਕੇ ਆਏ ਹੋ, ਤੁਹਾਨੂੰ ਜੀਓ ਆਇਆ, ਪਰ ਮੈਂ ਤੁਹਾਡੇ ਨਾਲ ਬ੍ਰਹਮਪੁਰੀ ਵਿੱਚ ਵੀ ਨਹੀਂ ਜਾ ਸਕਦੀ, ਕਿਉਂਕਿ ਕਾਲ ਉੱਥੇ ਵੀ ਵਿਆਪਦਾ ਹੈ, ਮੌਤ ਉੱਥੇ ਵੀ ਮਾਰਦੀ ਏ। ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰਬਚਨਾਂ ਦੇ ਨਾਲ ਸਮਝ ਬਖਸ਼ੀਏ, ਬ੍ਰਹਮਪੁਰੀ ਦੇ ਵਿੱਚ ਵੀ ਸਦ ਜੀਵਨ ਨਹੀਂ ਮਿਲਦਾ ਏ, ਉੱਥੇ ਕਾਲ ਵਿਆਪਦਾ ਹੈ। ਸਾਧ ਸੰਗਤ ਜੀ, ਇਸ ਤੋਂ ਉਪਰੰਤ ਫਿਰ ਮਹਾਦੇਵ ਜੀ ਆਏ ਨੇ, ਸ਼ਿਵ ਜੀ ਆਏ ਨੇ। ਗੁਰਬਾਣੀ ਦਾ ਸਤਿਕਾਰ ਹੈ, ਬੰਦਗੀ ਦਾ ਸਤਿਕਾਰ ਹੈ, ਸਤਿਗੁਰੂ ਜੀ ਦੀ ਗੁਰਸਿੱਖੀ ਦਾ ਸਤਿਕਾਰ ਹੈ। ਤੇ ਮਹਾਦੇਵ ਜੀ ਚੱਲ ਕਰਕੇ ਆਏ ਨੇ, ਹੇ ਮਾਤਾ, ਚੱਲ ਮੈਂ ਤੈਨੂੰ ਆਪਣੀ ਸ਼ਿਵਪੁਰੀ ਵਿੱਚ ਲੈ ਜਾਣਾ। ਤੇ ਮਾਤਾ ਨੇ ਸਾਧ ਸੰਗਤ ਜੀ ਫਿਰ ਇਹੀ ਉਹ ਜਵਾਬ ਦੇਣਾ ਕੀਤਾ, ਮੈਨੂੰ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਨੇ ਸਮਝ ਬਖਸ਼ੀਏ ਕਿ ਕਿਸੇ ਵੀ ਪੁਰੀ ਵਿੱਚ ਜਾ ਕਰਕੇ ਸਥਿਰਤਾ ਨਹੀਂ ਪ੍ਰਾਪਤ ਹੁੰਦੀ ਹੈ, ਸ਼ਿਵਪੁਰੀ ਵਿੱਚ ਜਾ ਕਰਕੇ ਵੀ ਸਥਿਰਤਾ ਪ੍ਰਾਪਤ ਨਹੀਂ, ਕਾਲ ਉੱਥੇ ਵੀ ਵਿਆਪਦਾ ਹੈ, ਜੰਮਣਾ ਮਰਨਾ ਉੱਥੇ ਵੀ ਹੈ। ਇਸੇ ਪ੍ਰਕਾਰ
ਜਦੋਂ ਜੰਮਣ ਮਰਨਾ ਮਿਟਣਾ ਹੀ ਨਹੀਂ ਤੇ ਫਿਰ ਤੁਹਾਡੇ ਨਾਲ ਜਾਣ ਦਾ ਕੀ ਫਾਇਦਾ। ਮੈਂ ਤੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਨਿਵਾਸ ਕਰਨਾ ਹੈ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸਾਧ ਸੰਗਤ ਜੀ ਤਿੰਨੇ ਦੇਵਤੇ ਇੱਕ ਇੱਕ ਕਰਕੇ ਮੁੜ ਗਏ, ਪਰ ਮਾਤਾ ਜੀ ਨੇ ਤਿੰਨਾਂ ਦੇ ਨਾਲ ਜਾਣਾ ਪ੍ਰਵਾਨ ਨਾ ਕੀਤਾ। ਇਸ ਮਾਤਾ ਨੇ ਆਪਣੇ ਹੱਥ ਦੇ ਨਾਲ ਚਰਖਾ ਕੱਤ ਕਰਕੇ, ਬੜਾ ਬਾਰੀਕ ਤੰਦ ਕੱਤ ਕਰਕੇ, ਫਿਰ ਉਸ ਦਾ ਕੱਪੜਾ ਬੁਣ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵਾਸਤੇ ਖੇਸ ਬੁਣਿਆ ਸੀ ਕਿ ਸਤਿਗੁਰੂ ਜੀ ਮੇਰੀ ਭੇਟਾ ਪ੍ਰਵਾਨ ਕਰਨ। ਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਜਾਬ ਦੀ ਧਰਤੀ ਤੋਂ ਚੱਲ ਕਰਕੇ ਕਸ਼ਮੀਰ ਪੁੱਜੇ, ਮਾਤਾ ਦੀ ਪ੍ਰੇਮ ਦੀ ਇਹ ਭੇਟਾ ਪ੍ਰਵਾਨ ਕੀਤੀ। ਤੇ ਮਾਤਾ ਨੇ ਫਿਰ ਬੇਨਤੀਆਂ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖ ਕਰਕੇ ਨਮਸਕਾਰ ਕੀਤੀ ਤੇ ਸਾਧ ਸੰਗਤ ਜੀ ਗੁਰਚਰਨਾਂ ਵਿਖੇ ਹੀ ਸਮਾ ਗਈ। ਐਸੀ ਵਡਭਾਗਣ ਮਾਤਾ ਜਿਸ ਨੇ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿਖੇ ਤਿਆਗਿਆ ਹੈ। ਇਹ ਗੁਰਸਿੱਖੀ ਦੀ ਅਵਸਥਾ ਐਸੀ ਵੱਡੀ ਹੈ। ਇਸ ਦੇ ਅੱਗੇ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਦੇ ਜਿਹੜੇ ਸੁੱਖ ਨੇ ਬੜੇ ਤੁਛ ਨੇ, ਉਥੇ ਜੰਮਣਾ ਮਰਨਾ ਹੈ। ਪਰ ਗੁਰਸਿੱਖ ਦੀ ਸਹਿਜ ਦੀ ਅਵਸਥਾ, ਅਟਲ ਅਵਸਥਾ ਅੱਗੇ ਜਿਕਰਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਸ ਜਗਿਆਸੂ ਨੂੰ ਸਮਝ ਬਖਸ਼ਣਾ ਕਰਦੇ ਨੇ, ਹੇ ਭਾਈ ਬ੍ਰਹਮਪੁਰੀ ਦੇ ਵਿੱਚ ਜਾ ਕਰਕੇ ਵੀ ਨਿਸ਼ਚਲ ਜਾਣਨਾ ਕਰ, ਜੀਵ ਨਿਸ਼ਚਲ ਨਹੀਂ ਰਹਿਣਾ, ਨਿਸ਼ਚਲ ਨਹੀਂ ਹੁੰਦਾ, ਸਥਿਰ ਨਹੀਂ ਹੁੰਦਾ। ਉਥੇ ਵੀ ਸਮਾਂ ਪਾ ਕਰਕੇ ਮੌਤ ਜਿਹੜੀ ਵਿਆਪਦੀ ਹੈ, ਕਾਲ ਵਿਆਪਦਾ ਹੈ, ਸਭਨਾਂ ਨੂੰ ਮਾਰਦਾ ਹੈ, ਬ੍ਰਹਮਦੇਵ ਜੀ ਨੂੰ ਵੀ ਮਾਰਦਾ ਹੈ, ਕੋਈ ਵੀ ਸਥਿਰ ਨਹੀਂ। शिवपुरी का होएगा काला। ਤਿਸ ਜਗਿਆਸੂ ਨੇ ਫਿਰ ਅਗਲਾ ਸਵਾਲ ਕੀਤਾ, ਜੀ ਮਹਾਦੇਵ ਤੇ ਸਾਰਿਆਂ ਦਾ ਕਾਲ ਕਰਦਾ, ਜਿਹੜਾ ਸਭਨਾਂ ਨੂੰ ਮਾਰਨ ਵਾਲਾ, ਉਹਨੂੰ ਤੇ ਕੋਈ ਨਹੀਂ ਮਾਰਦਾ ਹੋਵੇਗਾ। ਹਿੰਦੂ ਮਤ ਦੇ ਅਨੁਸਾਰ ਸਾਧ ਸੰਗਤ ਜੀ ਬ੍ਰਹਮਦੇਵ ਜੀ ਦੀ ਡਿਊਟੀ ਪੈਦਾ ਕਰਨੇ ਦੀ, ਵਿਸ਼ਨੂੰ ਦੀ ਭੰਡਾਰੀ ਰਿਜ਼ਕ ਦੇਣ ਦੀ, ਤੇ ਮਹਾਦੇਵ ਜੀ ਦੀ ਡਿਊਟੀ ਲੈਤਾ ਕਰਨੇ ਦੀ, ਮਾਰਨੇ ਦੀ ਹੈ। ਕਹਿਣ ਲੱਗੇ ਜੀ ਜਿਹੜਾ ਸਭਨਾਂ ਨੂੰ ਮਾਰਦਾ, ਸਭਨਾਂ ਦਾ ਕਾਲ, ਉਹਨੂੰ ਤੇ ਕਾਲ ਨਹੀਂ ਵਿਆਪਦਾ ਹੋਵੇਗਾ। ਤੇ ਜੇ ਮੈਂ ਮਹਾਦੇਵ ਜੀ ਦੀ ਬੰਦਗੀ ਕਰਕੇ ਸ਼ਿਵਪੁਰੀ ਵਿੱਚ ਚਲਿਆ ਜਾਵਾਂ ਮਹਾਰਾਜ, ਫਿਰ ਉਥੇ ਤੇ ਸਥਿਰਤਾ ਹੋਵੇਗੀ, ਉਥੇ ਤੇ ਮੈਂ ਜੰਮਣ ਮਰਨ ਤੋਂ ਬਚੀ ਜਾਵਾਂਗਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸ਼ਿਵਪੁਰੀ ਕਾ ਹੋਏਗਾ ਕਾਲਾ। ਭਾਈ ਜਿਹੜੀ ਸ਼ਿਵ ਦੀ ਪੁਰੀ ਹੈ, ਮਹਾਦੇਵ ਦੀ ਪੁਰੀ ਹੈ, ਇਹਦਾ ਵੀ ਕਾਲ ਹੋ ਜਾਣਾ, ਇਸ ਦਾ ਵੀ ਅੰਤ ਹੋ ਜਾਣਾ, ਇਹ ਵੀ ਕਾਲ ਦੇ ਵਸ ਹੈ। ਸ਼ਿਵ ਜੀ ਵੀ ਮਰਦਾ ਹੈ ਸਮਾਂ ਪਾ ਕਰਕੇ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ शिव जू अवतरा, काल पाए कर बिसन प्रकाशा, सकल काल का किया तमाशा। ये सारा जेड़ा तमाशा एक काल चक्कर दा है। समा पा करके ब्रह्मा जी उत्पन्न होए, समा पा करके विष्णु जी, समा पा करके शिव जी उत्पन्न होए, ते समा पा करके आपो अपनी आरबला भोग के सारे मर भी जाते ने। एक सेव भये, एक गए, एक फिर भये, रामचंद्र कृष्ण के अवतार भी अनेक हैं। श्री दसम ग्रंथ साहिब जी दे अंदर कलगीधर साहिब जी अपनी मुबारक रचना तो फरमाउंदे ने ना, एक शिव जी पैदा हुंदे ने, एक मर जाते ने, एक फिर पैदा हुंदे ने, एक फिर चले जाते ने। किन्ने ही शिव ने, किन्ने ही राम ने, किन्ने ही कृष्ण ने, इन्हां दे अनेक बेअंत अवतार ने, कोई एक थोड़ा। केते कान महेश, किन्ने ही कान कृष्ण जी ने, किन्ने महेश शिव जी ने, इन्हां दी ते कोई गिनती नहीं। वाहिगुरु जी दे एक एक रोम दे अंदर करोड़ा करोड़ा ब्रह्मे शिव जी ते विष्णु वसदे ने, क्योंकि करोड़ा करोड़ा ब्रह्मांड वसदे ने। हर एक ब्रह्मांड दा वखरा ब्रह्मा शिव जी ते विष्णु है, ते करोड़ा करोड़ा ब्रह्मंडा दे करोड़ा ही विष्णु शिव जी इत्यादक ने। हजूर फरमावना करते ने, भाई इथे भी समा पा करके मौत व्यापदी है। जदों महापरलो आउंदी है ना, उदों पुरियां दे समेत कुछ भी नहीं बचता है। नित परलो, नमित परलो, अवांतर परलो, महापरलो, जदों चौथी परलो महापरलो आउंदी है, फिर नहीं कुछ भी बचता। फिर शिव जी भी मरदा है, उथे दे वसन वाले भी सारे मरदे हैं, वो भी पूरी काल दे अधीन है। मौत उथे भी सबना नू मारदी है। त्रै गुण माया बिनस बिताला। भाई तिन्ना गुणा दो माया दे तीन गुण ने, रजो गुण, तमो गुण, सतो गुण। जेड़े माया तो ते माया दे तिन्ना गुणा तो उत्पन्न होए ने, बिनस बिताला, वो नाश हो जाने वाले ने, वो स्थिर रहने वाले नहीं। ते जे कोई मन्ने जी मैं स्थिर है, तो वो भूतने हन। बेताल नाम भूतने दा होया करदा, बेनाम पाउण दा हवा दा, ताल नाम विच वसने वाला, विचरने वाला, जो हवा स्वरूप हो करके हवा दे अंदर विचरे, सो बेताल। इसे प्रकार साध संगत जी मन्निया जांदा है, जदों कोई अवगत मरदा है ते भूत दी जून पैंदा है, ते जदों भूत बने नूं 100 साल हो जांदा, फिर प्रेत बनदा है।
ਤੇ ਪ੍ਰੇਤ ਦੀ ਉਮਰ ਵੀ ਬੇਅੰਤ ਸਾਲ ਲੰਬੀ ਮੰਨੀਏ, 5-5 ਹਜ਼ਾਰ ਵਰੇ ਦੀ ਵੀ ਪ੍ਰੇਤ ਦੀ ਉਮਰ ਮੰਨੀਏ। ਪਰ ਪਰਾਲਬਧ ਸਭਨਾਂ ਦੀ ਆਪੋ ਆਪਣੀ ਹੈ, ਵਿਦਵਾਨਾਂ ਦਾ ਵੱਖ-ਵੱਖ ਮਤ ਵੀ ਹੈ। ਤੇ ਇੱਕ ਵਿਦਵਾਨਾਂ ਦਾ ਮਤ ਇਹ ਕਹਿੰਦਾ ਹੈ ਕਿ ਜਦੋਂ ਪ੍ਰੇਤ ਬਣੇ ਨੂੰ 100 ਸਾਲ ਹੋ ਜਾਂਦੇ ਨੇ, ਫਿਰ ਉਹ ਦਿਓ ਬਣਦਾ ਹੈ, ਜਿੰਨ ਬਣਦਾ ਹੈ। ਇਸੇ ਪ੍ਰਕਾਰ ਭੂਤ, ਪ੍ਰੇਤ, ਜਿੰਨ, ਦਿਓ, ਬੇਤਾਲ, ਇਹ ਸਾਰੀਆਂ ਉਹਨਾਂ ਅਵਗਤ ਰੂਹਾਂ ਦੀਆਂ ਵੱਖ-ਵੱਖ ਜਾਤੀਆਂ ਪ੍ਰਜਾਤੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤਿੰਨਾਂ ਗੁਣਾਂ ਦੇ ਸਹਿਤ ਰਹਿਣੇ ਵਾਲੇ, ਇਸੇ ਪ੍ਰਕਾਰ ਜੀਵਨ ਬਿਤਾ ਕਰਕੇ ਮਰ ਜਾਣ ਵਾਲੇ ਜਿਹੜੇ ਨੇ ਪ੍ਰਮਾਤਮਾ ਜੀ ਦਾ ਸਿਮਰਨ ਨਹੀਂ ਕਰਦੇ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਲੱਗੇ ਰਹਿੰਦੇ ਨੇ ਤੇ ਬਿਨਸ ਨਾਸ਼ ਹੋ ਜਾਂਦੇ ਨੇ, ਬੇਤਾਲਾ ਭੂਤਨੇ ਬਣਦੇ ਨੇ। ਮਰਨ ਤੋਂ ਉਪਰੰਤ ਤੇ ਭੂਤਨੇ ਬਣਦੇ ਨੇ, ਉਹ ਜਿਉਂਦੇ ਵੀ ਭੂਤਨੇ ਹੀ ਨੇ। ਕਬੀਰ ਜਾ ਘਰ ਸਾਧਨਾ ਸੇਵੀਆ ਹੈ, ਹਰ ਕੀ ਪੂਜਾ ਨਾਹੇ, ਤੇ ਘਰ ਮਰ ਹਟ ਸਾਰਖੇ, ਭੂਤ ਬਸੇ ਤਿਨ ਮਾਹੇ। ਭਾਈ ਉਹ ਬੇਤਾਲੇ ਹੀ ਨੇ, ਸਰੀਰ ਵਿੱਚ ਰਹਿੰਦਿਆਂ ਵੀ ਭੂਤਨੇ ਨੇ, ਮਰ ਜਾਣ ਤੋਂ ਬਾਅਦ ਵੀ ਭੂਤਨੇ ਨੇ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਉਲਝੇ ਰਹਿੰਦੇ ਨੇ। ਤਿੰਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ ਹੈ। ਗਿਰ ਤਰ ਧਰਨ ਗਗਨ ਅਰ ਤਾਰੇ। ਮਹਾਰਾਜ ਜੀ ਜੇਕਰ ਇਹ ਪੁਰੀਆਂ ਨਾਸ਼ਵਾਨ ਨੇ ਤੇ ਫਿਰ ਬਾਕੀ ਵੀ ਸਭ ਕੁਝ ਨਾਸ਼ਵਾਨ ਹੋਏਗਾ। ਹਜ਼ੂਰ ਫਰਮਾਉਂਦੇ ਨੇ, ਹਾਂ ਭਾਈ ਗਿਰ ਨਾਮ ਪਹਾੜ ਦਾ ਹੈ, ਪਹਾੜ ਵੀ ਨਾਸ਼ਵਾਨ ਨੇ। ਇਸੇ ਪ੍ਰਕਾਰ ਗਿਰ ਤਰ ਨਾਮ ਦਰਖਤਾਂ ਦਾ ਹੈ। ਜਿਤਨੇ ਵੀ ਦਰਖਤ ਹਨ, ਰੁੱਖ ਹਨ, ਸਾਰੇ ਨਾਸ਼ਵਾਨ ਹਨ। ਧਰਨ ਨਾਮ ਧਰਤੀ ਦਾ ਹੈ, ਧਰਤੀ ਵੀ ਨਾਸ਼ਵਾਨ ਹੈ। ਗਗਨ ਨਾਮ ਆਕਾਸ਼ ਦਾ ਹੈ, ਆਕਾਸ਼ ਵੀ ਨਾਸ਼ਵਾਨ ਹੈ। ਅਰ ਤਾਰੇ, ਅਤੇ ਆਕਾਸ਼ ਦੇ ਵਿੱਚ ਬੇਅੰਤ ਤਾਰੇ ਨੇ, ਕਰੋੜਾਂ ਤਾਰੇ ਨੇ, ਜਿਹੜੇ ਸਾਨੂੰ ਰਾਤ ਦੇ ਸਮੇਂ ਛੋਟੇ ਛੋਟੇ ਟਿਮਟਮਾਉਂਦੇ ਨਜ਼ਰ ਆਉਂਦੇ ਨੇ, ਇਹ ਉੱਚੇ ਤਾਰੇ ਨੇ। ਜਿਹੜਾ ਸੂਰਜ ਤੇ ਚੰਦਰਮਾ ਸਾਨੂੰ ਵੱਡਾ ਦਿਸਦਾ, ਇਹ ਧਰਤੀ ਦੇ ਨੇੜੇ ਵਾਲੇ ਤਾਰੇ ਨੇ, ਹੈਨ ਸਾਰੇ ਤਾਰੇ ਹੀ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਭਾਵੇਂ ਛੋਟੇ ਤਾਰੇ ਨੇ, ਵੱਡੇ ਤਾਰੇ ਨੇ, ਨੀਵੇਂ ਤਾਰੇ ਨੇ, ਉੱਚੇ ਤਾਰੇ ਨੇ, ਧਰਤੀ ਦੇ ਨੇੜੇ ਵਾਲੇ ਨੇ ਜਾਂ ਦੂਰ ਵਾਲੇ ਨੇ, ਜਿਤਨੇ ਵੀ ਤਾਰੇ ਨੇ, ਤਾਰੇ ਜਿਸ ਆਕਾਸ਼ ਮੰਡਲ ਦੇ ਵਿੱਚ ਨੇ, ਗਗਨ ਮੰਡਲ ਦੇ ਅੰਦਰ ਨੇ। ਧਰਤੀ ਹੈ, ਧਰਤੀ ਦੇ ਉੱਪਰ ਬੇਅੰਤ 18 ਭਾਰ ਬਨਸਪਤੀ ਦਰਖਤ ਇਤਿਆਦਿਕ ਪੌਦੇ ਹਨ, ਪਹਾੜ ਹਨ, ਇਹ ਵੀ ਸਭ ਨਾਸ਼ਵਾਨ ਹਨ ਭਾਈ। ਇਹਨਾਂ ਦੇ ਵਿੱਚੋਂ ਵੀ ਕੁਝ ਰਹਿਣ ਵਾਲਾ ਨਹੀਂ ਹੈ। ਰਬ ਸਸ ਪਵਨ ਪਾਵਕ ਨਿਰਾਰੇ। ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਜੋ ਕੁਝ ਵੀ ਦ੍ਰਿਸ਼ਟਮਾਨ ਹੈ, ਜੋ ਕੁਝ ਵੀ ਨਜ਼ਰ ਆਉਂਦਾ ਹੈ, ਸਾਰਾ ਮਿਥੇਨਾ ਮਿਥਿਆ ਹੈ, ਨਹੀਂ ਰਹਿਣ ਵਾਲਾ। ਇਹ ਸਤ ਨਹੀਂ, ਸਥਿਰ ਨਹੀਂ ਰਵੇਗਾ। ਰਾਵੇ ਸਾਸੇ, ਸਾਧ ਸੰਗਤ ਜੀ, ਰੱਬ ਨਾਮ ਸੂਰਜ ਦਾ ਹੈ, ਸਸ ਨਾਮ ਚੰਦਰ ਦਾ ਹੈ, ਪਵਨ ਨਾਮ ਹਵਾ ਦਾ ਹੈ। ਇਸੇ ਪ੍ਰਕਾਰ ਪਾਵਕ ਨਾਮ ਅੱਗ ਦਾ ਹੈ। ਹਜ਼ੂਰ ਫਰਮਾਉਂਦੇ ਨੇ, ਨਾ ਤੇ ਸੂਰਜ ਰਵੇਗਾ, ਨਾ ਚੰਦਰਮਾ ਰਵੇਗਾ, ਨਾ ਹਵਾ ਰਹੇਗੀ, ਨਾ ਅੱਗ ਰਵੇਗੀ, ਕੁਝ ਵੀ ਨਹੀਂ ਰਹਿਣਾ, ਸਭ ਕੁਝ ਨਾਸ਼ ਹੋ ਜਾਣ ਵਾਲਾ ਹੈ। ਤੇ ਸਾਧ ਸੰਗਤ ਜੀ, ਅੱਜ ਸਾਇੰਟਿਸਟ ਵੀ ਮੰਨਦੇ ਨੇ, ਇਹ ਜਿਹੜਾ ਪ੍ਰਤੱਖ ਸੂਰਜ ਅਸੀਂ ਦੇਖ ਰਹੇ ਹਾਂ, ਇਸ ਦੀ ਉਮਰ ਘਟ ਰਹੀ ਹੈ, ਇਹ ਸੂਰਜ ਬੁੱਢਾ ਹੋ ਰਿਹਾ ਹੈ। ਸਮਾਂ ਪਾ ਕਰਕੇ ਇਸ ਦੀਆਂ ਜਿਹੜੀਆਂ ਗੈਸਾਂ ਨੇ ਉਹ ਠੰਡੀਆਂ ਹੋ ਜਾਣਗੀਆਂ, ਸੂਰਜ ਨਹੀਂ ਰਵੇਗਾ। ਲੱਖਾਂ ਸਾਲਾਂ ਨੂੰ ਇਹ ਸੂਰਜ ਵੀ ਖਤਮ ਹੋਣ ਵਾਲਾ ਹੈ। ਹਜ਼ੂਰ ਫਰਮਾਉਂਦੇ ਨੇ, ਇੱਕ ਦਿਨ ਨੂੰ ਨਾ ਤੇ ਚੰਦ ਰਹਿਣਾ, ਨਾ ਸੂਰਜ ਰਹਿਣਾ, ਨਾ ਹਵਾ ਰਵੇਗੀ, ਨਾ ਅੱਗ ਰਵੇਗੀ, ਤੇ ਨਾ ਹੀ ਨੀਰਾਰੇ। ਨੀਰਾਰੇ ਤੋਂ ਭਾਵ ਹੈ, ਨੀਰਾਰੇ ਭਾਵ ਸਾਗਰ, ਸਮੁੰਦਰ। ਵਿਆਕਰਣ ਦੇ ਅਨੁਸਾਰ ਕੰਨੇ ਦੇ ਵਿੱਚੋਂ ਐੜਾ ਅੱਖਰ ਨਿਕਲਦਾ ਹੈ, ਤੇ ਰਾਰਾ, ਲੱਲਾ ਤੇ ਡਾੜਾ ਸਵਰਣੀ ਅੱਖਰ ਹੁੰਦੇ ਨੇ। ਜਦੋਂ ਵਿਆਕਰਣ ਦੇ ਅਨੁਸਾਰ ਅਰਥ ਵਾਸਤੇ ਕੰਨੇ ਚੋਂ ਐੜਾ ਕੱਢਿਆ ਜਾਵੇਗਾ, ਰਾਰੇ ਨੂੰ ਲੱਲਾ ਪੜਿਆ ਜਾਵੇਗਾ, ਤਾਂ ਅਰਥ ਬਣੇਗਾ ਨੀਰਾਲੇ। ਨੀਰ ਪਲੱਸ ਆਲੇ। ਆਲਾ ਨਾਮ ਘਰ ਦਾ ਹੁੰਦਾ ਤੇ ਨੀਰ ਨਾਮ ਪਾਣੀ ਦਾ। ਪਾਣੀ ਦਾ ਘਰ ਜਿੱਥੇ ਪਾਣੀ ਹੀ ਪਾਣੀ ਹੈ, ਭਾਵ ਸਾਗਰ ਅਥਵਾ ਸਮੁੰਦਰ। ਹਜ਼ੂਰ ਫਰਮਾਉਂਦੇ ਨੇ, ਪਿਆਰਿਓ, ਨਾ ਇਹ 7 ਸਮੁੰਦਰ ਰਹਿਣਗੇ, ਨਾ ਇਹ ਸਾਗਰ ਰਵੇਗਾ, ਨਾ ਧਰਤੀ, ਨਾ ਆਕਾਸ਼, ਨਾ ਸੂਰਜ, ਨਾ ਚੰਦਰਮਾ, ਕੁਛ ਵੀ ਨਹੀਂ ਰਵੇਗਾ। ਵਾਹਿਗੁਰੂ ਜੀ ਨੇ ਬੇਅੰਤ ਵਾਰ ਸ੍ਰਿਸ਼ਟੀ ਦੀ ਰਚਨਾ ਕੀਤੀ ਏ, ਆਖਰ ਨੂੰ ਕੇਵਲ ਤਾਂ ਕੇਵਲ ਇੱਕ ਆਪ ਹੀ ਬਚਦੇ ਨੇ, ਹੋਰ ਕੁਝ ਵੀ ਨਹੀਂ ਰਹਿੰਦਾ। ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਰਹਿਣ ਵਾਲੇ ਇੱਕ ਓੰਕਾਰ ਪਰਮੇਸ਼ਰ ਪਰਮਾਤਮਾ ਜੀ ਨੇ ਬੇਅੰਤ ਵਾਰ ਸ੍ਰਿਸ਼ਟੀ ਦਾ ਪਸਾਰਾ ਕੀਤਾ, ਪਰ ਰਹਿਣ ਵਾਲਾ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਦਿਨ ਸੁਰੈਣ ਵਰਤ ਅਰ ਭੇਦਾ। ਭਾਈ, ਨਾ ਹੀ ਤੇ ਇਹ ਸੁਹਾਵਣੇ ਦਿਨ ਰਹਿਣੇ ਨੇ, ਨਾ ਹੀ ਇਹ ਰਾਤਾਂ ਰਹਿਣੀਆਂ ਨੇ, ਨਾ ਹੀ ਰਾਮ ਨੌਮੀ, ਕ੍ਰਿਸ਼ਨ ਅਸ਼ਟਮੀ ਇਤਿਆਦਿਕ ਦੇ ਵਰਤ ਰਹਿਣੇ ਨੇ। ਅਰ ਭੇਦਾ, ਬੇਅੰਤ ਪ੍ਰਕਾਰ ਦੇ ਭੇਦ ਜਿਹੜੇ
ਵੇਦਾਂ ਸ਼ਾਸਤਰਾਂ ਨੇ ਵੇਦ ਮਰਿਆਦਾ ਦੇ ਹੋਰ ਕਹੇ ਨੇ, ਉਹ ਵੀ ਸਥਿਰ ਰਹਿਣ ਵਾਲੇ ਨਹੀਂ, ਅਤੇ ਨਾ ਹੀ ਇਹਨਾਂ ਦੇ ਭੇਦਾਂ ਨੂੰ ਜਾਣਨ ਵਾਲੇ ਪੰਡਿਤ ਇਤਿਆਦਿਕ ਸਥਿਰ ਰਹਿਣਗੇ। ਸ਼ਾਸਤਰ ਸਿਮਰਿਤ ਬਿਨਸਹਿਗੇ ਬੇਦਾ। 6 ਸ਼ਾਸਤਰ ਵੀ ਬਿਨਸਹਿਗੇ ਨਾਸ ਹੋ ਜਾਣਗੇ। 27 ਸਿਮਰਤੀਆਂ ਨੇ ਬਿਨਸਹਿਗੇ, ਉਹ ਵੀ ਨਾਸ ਹੋ ਜਾਣਗੀਆਂ। 4 ਵੇਦ ਨੇ, ਉਹ ਵੀ ਬਿਨਸਹਿਗੇ ਨਾਸ ਹੋ ਜਾਣਗੇ। ਅੰਤਕਾਲ ਕੁਛ ਵੀ ਰਹਿਣ ਵਾਲਾ ਨਹੀਂ। ਤੀਰਥ ਦੇਵ ਦੇਹੁਰਾ ਪੂਥੀ। 64 ਤੀਰਥ ਇਤਿਆਦਿਕ ਕਹੇ ਜਾ ਵਾਹਿਗੁਰੂ। 68 ਤੀਰਥ ਕਹੇ ਜਾਂਦੇ ਨੇ, ਉਹ ਵੀ ਰਹਿਣ ਵਾਲੇ ਨਹੀਂ। ਇਸੇ ਪ੍ਰਕਾਰ ਤਿੰਨਾਂ ਦੇ ਥਾਪਣ ਵਾਲੇ ਹਨ ਦੇਵ ਦੇਵਤੇ। ਦੇਹੁਰਾ ਮੰਦਰ ਇਤਿਆਦਿਕਾਂ ਦੇ ਅੰਦਰ ਜਿਨ੍ਹਾਂ ਦਾ ਪੂਜਨ ਹੁੰਦਾ, ਤੇ ਪੋਥੀ ਕਹੀਏ ਧਾਰਮਿਕ ਪੁਸਤਕਾਂ। ਨਾ ਕੋਈ ਮੰਦਰ ਰਵੇਗਾ, ਨਾ ਕੋਈ ਦੇਵਤਾ ਰਵੇਗਾ, ਨਾ 68 ਤੀਰਥ ਰਹਿਣਗੇ, ਨਾ ਹੀ ਧਾਰਮਿਕ ਪੁਸਤਕਾਂ ਰਹਿਣਗੀਆਂ। ਮਾਲਾ ਤਿਲਕ ਸੂਚ ਪਾਕ ਭੂਤੀ। ਪਸ਼ਮ ਦੀ ਮਾਲਾ, ਰੁਦਰਾਕਸ਼ ਦੀ ਮਾਲਾ ਇਤਿਆਦਿਕ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਮਾਲਾ ਵੀ ਨਹੀਂ ਰਹਿਣਗੀਆਂ। ਗੋਪੀ ਚੰਦਨ ਇਤਿਆਦਿਕ ਦਾ ਜਿਹੜਾ ਤਿਲਕ ਹੈ, ਉਹ ਵੀ ਨਹੀਂ ਰਵੇਗਾ। ਸੋਚ ਪਾਕ ਤੋਂ ਭਾਵ ਹੈ ਸੁਚਮਤਾ ਦੇ ਸਹਿਤ ਕੀਤੀ ਹੋਈ ਰਸੋਈ। ਹਿੰਦੂ ਮਤ ਦੇ ਅੰਦਰ ਗਊ ਦਾ ਗੋਬਰ ਫੇਰ ਕਰਕੇ, ਗੋਹੇ ਦਾ ਪੋਚਾ ਫੇਰ ਕਰਕੇ, 4 ਸਫੇਰੇ ਲੀਕ ਵਾਹ ਕਰਕੇ ਉਸ ਦੇ ਅੰਦਰ ਜਿਹੜਾ ਭੋਜਨ ਪਕਾਇਆ ਤੇ ਛਕਿਆ ਜਾਂਦਾ, ਉਸ ਨੂੰ ਸੋਚ ਪਾਕ ਕਿਹਾ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਇਹ ਵੀ ਕਰਮਕਾਂਡ ਆ। ਇਹ ਸੋਚ ਪਾਕ ਇਤਿਆਦਿਕ ਸੁਚਮਤਾ ਵਾਲੀ ਰਸੋਈ ਵੀ ਨਹੀਂ ਰਵੇਗੀ। ਹੋਤੀ ਤੋਂ ਭਾਵ ਹੈ ਹਮਨ ਕਰਨੇ ਵਾਲੇ ਪੰਡਿਤ ਇਤਿਆਦਿਕ, ਮੰਤਰਾਂ ਦੇ ਪੜਨ ਵਾਲੇ, ਵੇਦਾਂ ਸ਼ਾਸਤਰਾਂ ਦਾ ਉਚਾਰਨ ਕਰਨ ਵਾਲੇ, ਜਿਹੜੇ ਕਿ ਹਮਨਾ ਦੇ ਕਰਨ ਵਾਲੇ ਪੰਡਿਤ ਇਤਿਆਦਿਕ ਨੇ, ਨਾ ਹੋਮ ਰਹਿਣਗੇ, ਨਾ ਪੰਡਿਤ ਰਹਿਣਗੇ। ਧੋਤੀ ਡੰਡੌਤ ਪ੍ਰਸਾਦਨ ਭੋਗਾ। ਸਾਧ ਸੰਗਤ ਜੀ, ਇੱਕ ਧੋਤੀ ਤੇੜ ਬੰਨਣੇ ਵਾਲਾ ਬਸਤਰ ਹੁੰਦਾ ਹੈ, ਜਿਸ ਨੂੰ ਹਜ਼ੂਰ ਫਰਮਾਉਂਦੇ ਨੇ, ਗੱਜ 3.5 ਤੈ ਧੋਤੀਆਂ ਤਿਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨ ਆਖੀਐ ਵਾ ਨਾਰਸ ਕੇ ਠੱਗ। ਇੱਕ ਧੋਤੀਆਂ ਉਹ ਨੇ ਜੋ 3.5 ਗੱਜ ਦੀਆਂ ਤੇੜ ਬੰਨੀ ਜਾਇਆ ਕਰਦੀਆਂ ਸਨ। ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਤੇੜ ਬੰਨਣ ਵਾਲੀਆਂ ਧੋਤੀਆਂ ਵੀ ਨਹੀਂ ਰਹਿਣੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਧੋਤੀ ਇੱਕ ਉਸ ਮਲਮਲ ਦੇ ਕੱਪੜੇ ਦਾ ਇੱਕ ਲੀਰ ਦਾ ਨਾਮ ਹੈ, ਜੋ 32 ਹੱਥ ਲੰਮੀ ਰੱਖ ਕਰਕੇ ਇੱਕ ਸਿਰਾ ਦੰਦ ਦੇ ਵਿੱਚ ਬੰਨ ਲੈਣਾ, ਦੂਸਰਾ ਸਿਰਾ ਪਾਣੀ ਦੇ ਵਿੱਚ ਭਿਉਂ ਕਰਕੇ, ਤੇ ਇੱਕ ਹੱਥ ਰੋਜ਼ ਨਿਗਲਦੇ ਜਾਣਾ। ਇਸ ਪ੍ਰਕਾਰ 32 ਹੱਥ ਦਾ ਉਹ ਕੱਪੜਾ ਨਿਗਲ ਲਿਆ ਜਾਂਦਾ, ਤੇ ਜਦੋਂ ਪੂਰਾ ਅੰਦਰ ਲੰਘ ਜਾਂਦਾ, ਰੋਜ਼ ਇੱਕ ਹੱਥ ਨਿਗਲਣਾ। 32 ਦਿਨਾਂ ਤੋਂ ਬਾਅਦ ਸਾਰਾ ਕੱਪੜਾ ਹੌਲੀ ਹੌਲੀ ਮੂੰਹ ਰਾਹੀਂ ਫਿਰ ਵਾਪਸ ਖਿੱਚ ਲੈਣਾ। ਇਸ ਦੇ ਨਾਲ ਅੰਤੜੀਆਂ ਦੀ, ਅੰਦਰਾਂ ਦੀ ਸਫਾਈ ਹੋਇਆ ਕਰਦੀ ਸੀ। ਜੋਗੀ ਜਨ ਕਰਿਆ ਕਰਦੇ ਸਨ, ਹੱਠ ਜੋਗ ਇਤਿਆਦਿਕ ਕਰਮ ਕਰਨੇ ਵਾਲੇ, ਧੋਤੀ ਨੇਤੀ ਨਿਉਲੀ ਸਾਧਨ ਕਰਨ ਵਾਲੇ ਪੰਡਿਤ ਇਤਿਆਦਿਕ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਇਹ ਕਰਮਕਾਂਡ ਵੀ ਨਹੀਂ ਰਹਿਣੇ। ਇਹ ਧੋਤੀ ਜੋ ਅੰਦਰਾਂ ਨੂੰ, ਅੰਤੜੀਆਂ ਨੂੰ ਧੋਣ ਵਾਲੀ ਲੀਰ, ਧੋਤੀ ਨੇਤੀ ਇਤਿਆਦਿਕ ਕਰਮ ਨੇ, ਇਹ ਵੀ ਨਹੀਂ ਰਹਿਣੇ। ਇਸੇ ਪ੍ਰਕਾਰ ਵੇਦ ਪੂਜਾ ਦੇ ਅਨੁਸਾਰ, ਵੇਦ ਮਰਿਆਦਾ ਦੇ ਅਨੁਸਾਰ ਡੰਡੇ ਵਾਂਗੂ ਸਿੱਧੇ ਲੰਬੇ ਪੈ ਕਰਕੇ ਦੇਵ ਦੇ ਚਰਨਾਂ ਦੇ ਉੱਪਰ ਨਮਸਕਾਰ ਡੰਡੌਤ ਕਰਨੀ, ਇਹ ਡੰਡੌਤਾਂ ਵੀ ਨਹੀਂ ਰਹਿਣੀਆਂ। ਪ੍ਰਸਾਦਨ ਭੋਗਾ, ਪ੍ਰਸਾਦਨ ਕਿਹਾ ਜਾਂਦਾ ਸੀ ਜਿਹੜਾ ਦੇਵਤੇ ਦੇ ਚਰਨਾਂ ਦੇ ਉੱਪਰ ਪ੍ਰਸ਼ਾਦ ਅਰਪਣ ਕੀਤਾ ਜਾਵੇ। ਸੰਸਕ੍ਰਿਤ ਦਾ ਸ਼ਬਦ ਪ੍ਰਸਾਦਨ ਹੈ, ਗੁਰਮੁਖੀ ਅੰਦਰ ਪ੍ਰਸ਼ਾਦ ਬੋਲਿਆ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਨਾ ਇਹ ਦੇਵ ਰਹਿਣਗੇ, ਨਾ ਦੇਵਤੇ ਰਹਿਣਗੇ, ਨਾ ਚੜੇ ਹੋਏ ਤੇ ਉਪਰੰਤ ਵੰਡੇ ਹੋਏ ਪ੍ਰਸ਼ਾਦ ਰਹਿਣਗੇ, ਨਾ ਹੀ ਇਹਨਾਂ ਨੂੰ ਭੋਗਣ ਵਾਲੇ ਖਾਣ ਵਾਲੇ ਰਹਿਣਗੇ। ਗਵਨ ਕਰੈ ਕੋ ਸਗਲੋ ਲੋਗਾ। ਸਾਰੇ ਲੋਕ ਇੱਕ ਦਿਨ ਇਸ ਮਾਤ ਲੋਕ ਤੋਂ ਗਵਨ ਕਰ ਜਾਣਗੇ, ਕੂਚ ਕਰ ਜਾਣਗੇ, ਚਲੇ ਜਾਣਗੇ, ਕਿਸੇ ਨੇ ਵੀ ਨਹੀਂ ਰਹਿਣਾ ਹੈ। ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਸੇ ਕਿਤੇ ਬੈਸ ਗਿਆ। ਪਤਾ ਨਹੀਂ ਕਿਤਨੇ ਕੁ ਪਹਿਲਾਂ ਬੈਠ ਗਏ, ਕਿੰਨੇ ਹੋਰ ਆਉਣਗੇ। ਹਜ਼ੂਰ ਫਰਮਾਉਂਦੇ ਨੇ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਜਦੋਂ ਜਦੋਂ ਜਿਸ ਦੀ ਵਾਰੀ ਆ ਜਾਂਦੀ, ਫਿਰ ਕੋਈ ਟਿਕ ਨਹੀਂ ਸਕਦਾ। ਇੱਕ ਸਾਹ ਵੀ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਸਵਾਸਾਂ ਤੋਂ ਵੱਧ ਨਹੀਂ ਆਪਣੀ ਇੱਛਾ ਨਾਲ ਕੋਈ ਲੈ ਸਕਦਾ। ਜਦੋਂ ਹੁਕਮ ਆ ਗਿਆ ਨਾ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ, ਤੇ ਜਦੋਂ ਹੁਕਮ ਆ ਗਿਆ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਤੇ ਉਸ ਵੇਲੇ ਫਿਰ ਗਵਨ ਕਰੈ ਗੋ ਸਗਲੋ ਲੋਗਾ।
ਸਾਰੇ ਲੋਕ ਆਪੋ ਆਪਣੀ ਵਾਰੀ ਦੇ ਅਨੁਸਾਰ ਇਥੋਂ ਗਮਨ ਕਰ ਜਾਣਗੇ, ਚਲੇ ਜਾਣਗੇ। ਜਾਤ ਵਰਨ ਤੁਰਕ ਅਰ ਹਿੰਦੂ। ਜਾਤ ਦਾ ਬੜਾ ਮਾਣ ਕੀਤਾ ਜਾਂਦਾ ਹੈ, ਸਾਡੀ ਫਲਾਣੀ ਜਾਤ ਹੈ, ਫਲਾਣੀ ਗੋਤ ਹੈ। ਹਜ਼ੂਰ ਫਰਮਾਨ ਕਰਦੇ ਨੇ ਨਾ ਹੀ ਤੇ ਜਾਤ ਰਹਿਣੀ ਹੈ ਤੇ ਨਾ ਕੋਈ ਵਰਨ ਰਹਿਣਾ। ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਇਹ 4 ਵਰਨ ਨੇ। ਜੱਟ, ਸੈਣੀ ਇਤਿਆਦਿਕ ਜਿਹੜੀਆਂ ਜਾਤਾਂ ਕਹੀਆਂ ਜਾਂਦੀਆਂ ਨੇ, ਕੋਈ ਲੋਹਾਰ ਕਹਿੰਦਾ, ਕੋਈ ਚਮਿਆਰ ਕਹਿੰਦਾ, ਕੋਈ ਆਪਣੇ ਆਪ ਨੂੰ ਕਬੀਰ ਪੰਥੀ, ਕੋਈ ਰਵਿਦਾਸੀਆ। ਇਸ ਪ੍ਰਕਾਰ ਵੱਖ-ਵੱਖ ਜਾਤਾਂ ਕਥਨ ਕੀਤੀਆਂ ਜਾਂਦੀਆਂ ਨੇ, ਜੋ ਗੁਰੂ ਘਰ ਦੇ ਅੰਦਰ ਕਦਾਚਿਤ ਵੀ ਪ੍ਰਵਾਨ ਨਹੀਂ। ਹਜ਼ੂਰ ਫਰਮਾਉਂਦੇ ਨੇ ਪਿਆਰਿਓ, ਨਾ ਜਾਤਾਂ ਰਹਿਣੀਆਂ ਨੇ, ਨਾ ਹੀ 4 ਵਰਨਾਂ ਦੇ ਵਿੱਚੋਂ ਕੋਈ ਵਰਨ ਰਵੇਗਾ, ਨਾ ਹੀ ਤੁਰਕ ਅਤੇ ਨਾ ਹੀ ਕੋਈ ਹਿੰਦੂ ਰਵੇਗਾ। ਸਾਰੇ ਇੱਕ ਦਿਨ ਤੁਰ ਜਾਣਗੇ ਸਥਾਨੀ ਸੰਸਾਰ ਤੋਂ। ਦੁਨੀਆ ਦੇ ਤਖਤੇ ਤੇ ਸਦਾ ਕੋਈ ਸਥਿਰ ਨਹੀਂ ਰਿਹਾ। ਪਸ਼ੂ ਪੰਖੀ ਅਨੇਕ ਜੋਨ ਜਿੰਦੂ। ਪਸ ਤੋਂ ਭਾਵ ਹੈ ਪਸ਼ੂ, ਨਾ ਹੀ ਤਾਂ ਪਸ਼ੂ ਰਹਿਣਗੇ ਤੇ ਸਾਧ ਸੰਗਤ ਜੀ ਪੰਖੀ ਦਾ ਅਰਥ ਹੈ ਪੰਛੀ। ਨਾ ਹੀ ਅਸਮਾਨ ਦੇ ਵਿੱਚ ਲੰਬੀਆਂ ਤੇ ਉੱਚੀਆਂ ਡਾਰੀਆਂ ਲਾਉਣ ਵਾਲੇ ਪੰਛੀ ਰਹਿਣਗੇ। ਅਨੇਕ ਜੋਨ ਜਿੰਦੂ, ਬਹੁਤ ਜੂਨੀਆਂ ਦੇ ਅੰਦਰ ਜਿੰਦੂ ਜਿਹੜੇ ਜੰਤੂ ਨੇ ਨਾ, ਇਹ ਜੀਵ ਜੰਤੂ ਵੀ ਨਹੀਂ ਰਹਿਣਗੇ, ਸਭ ਨਾਸ਼ ਹੋ ਜਾਣਗੇ, ਮੁੱਕ ਜਾਣਗੇ, ਖਤਮ ਹੋ ਜਾਣਗੇ। ਸਗਲ ਪਾਸਾਰ ਦੀਸੈ ਪਾਸਾਰਾ। ਜਿਤਨਾ ਵੀ ਵਾਹਿਗੁਰੂ ਜੀ ਨੇ ਆਪਣੇ ਹੁਕਮ ਦੇ ਅੰਦਰ ਮਾਇਆ ਦੁਆਰਾ ਇਹ ਪਸਾਰੇ ਨੂੰ ਪਸਾਰਿਆ ਹੈ ਨਾ, ਸਾਰਾ ਪਸਾਰਾ ਜਿਤਨਾ ਵੀ ਨਜ਼ਰ ਆਉਂਦਾ ਹੈ, ਅੱਖਾਂ ਦੇ ਨਾਲ ਤੱਕਦੇ ਹਾਂ ਵਾਹਿਗੁਰੂ ਜੀ ਦੇ ਪਸਾਰੇ ਹੋਏ ਪਸਾਰੇ ਨੂੰ। ਬਿਨਸ ਜਾਏਗੋ ਸਗਲ ਆਕਾਰਾ। ਜਿਤਨੇ ਵੀ ਆਕਾਰ ਨੇ ਇਹ ਸਾਰੇ ਆਕਾਰ ਬਿਨਸ ਜਾਣਗੇ। ਪਹਿਲਾਂ ਹਜ਼ੂਰ ਨੇ ਕੁਝ ਕੁ ਜਾਤੀਆਂ ਪ੍ਰਜਾਤੀਆਂ ਗਿਣ ਕੇ ਦਸੀਆਂ ਨੇ, ਤੇ ਫਿਰ ਨਿਰਣਾ ਦੇ ਦੇਣਾ ਕੀਤਾ ਇੱਕ ਇੱਕ ਜਾਤੀ ਪ੍ਰਜਾਤੀ ਨੂੰ ਕੀ ਗਿਣਨਾ ਹੈ। ਜਿਤਨੇ ਵੀ ਆਕਾਰ ਨੇ ਸਗਲ ਆਕਾਰਾ, ਉਹ ਆਕਾਰ ਚਾਹੇ ਨਰਾਂ ਦੇ ਨੇ, ਨਾਰੀਆਂ ਦੇ ਨੇ, ਦੇਵਾਂ ਦੇ ਨੇ, ਦਾਨਵਾਂ ਦੇ ਨੇ, ਮਾਨਵਾਂ ਦੇ ਨੇ, ਜੀਵਾਂ ਦੇ ਨੇ, ਜੰਤੂਆਂ ਦੇ ਨੇ, ਪਹਾੜਾਂ ਦੇ ਨੇ, ਬ੍ਰਿਸ਼ਾਂ ਦੇ ਨੇ, ਜਿਤਨੇ ਵੀ ਆਕਾਰ ਨੇ ਨਾ, ਸਾਰੇ ਆਕਾਰ ਬਿਨਸ ਜਾਣਗੇ, ਕੁਛ ਵੀ ਨਹੀਂ ਬਚਣਾ, ਕੁਛ ਨਹੀਂ ਰਹਿਣਾ। ਨਾ ਕੋਈ ਵਸਤੂ ਰਹਿਣੀ ਹੈ, ਨਾ ਕੋਈ ਜੀਵ ਰਹਿਣਾ, ਨਾ ਕੋਈ ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ ਰਹਿਣੀ ਹੈ, ਕੁਛ ਵੀ ਬਾਕੀ ਨਹੀਂ ਬਚਣਾ। ਫਿਰ ਜਗਿਆਸੂਆਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ, ਜੇ ਸਭ ਕੁਛ ਹੀ ਬਿਨਸਨਹਾਰ ਹੈ, ਫਿਰ ਤਾਂ ਇੱਕ ਦਿਨ ਨੂੰ ਸਭ ਕੁਛ ਹੀ ਖਤਮ ਹੋ ਜਾਵੇਗਾ ਤੇ ਰਹੇਗਾ ਕੀ? ਜੇ ਸਾਰੀਆਂ ਚੀਜ਼ਾਂ ਦੇ ਵਿੱਚੋਂ ਰਹਿਣਾ ਹੀ ਕੁਝ ਨਹੀਂ, ਤੇ ਮਹਾਰਾਜ ਜੀ ਫਿਰ ਤੇ ਕੋਈ ਨਿਸ਼ਚਲ ਸਥਾਨ ਹੋਇਆ ਹੀ ਨਾ। ਕੋਈ ਨਿਸ਼ਚਲ ਸਥਾਨ ਵੀ ਹੈ ਜਿਹੜਾ ਸਦਾ ਸਥਿਰ ਰਹਿੰਦਾ ਹੋਵੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਹਾਂ ਪਿਆਰਿਓ, ਇੱਕ ਐਸਾ ਨਿਸ਼ਚਲ ਸਥਾਨ ਵੀ ਹੈ ਜਿਹੜਾ ਸਦਾ ਰਹਿੰਦਾ ਹੈ। ਹਜ਼ੂਰ ਕਿਰਪਾ ਕਰਕੇ ਫਰਮਾ ਕੇ ਦੱਸੋ ਕਿਹੜਾ ਨਿਸ਼ਚਲ ਸਥਾਨ ਹੈ? ਸਤਿਗੁਰੂ ਜੀ ਪ੍ਰਵਚਨ ਫਰਮਾਉਂਦੇ ਹਨ ਜੀ, ਸਹਿਜ ਸਿਫਤ ਭਗਤ ਤਤ ਗਿਆਨਾ। ਹੇ ਸਿੱਖੋ, ਗੁਰੂ ਉਪਦੇਸ਼ ਦੇ ਨਾਲ ਜਦੋਂ ਪ੍ਰੇਮਾ ਭਗਤੀ ਕੀਤੀ ਜਾਵੇ, ਵਾਹਿਗੁਰੂ ਜੀ ਦੇ ਉਪਦੇਸ਼ਾਂ ਨੂੰ ਧਾਰਨ ਕਰਕੇ ਬੰਦਗੀ ਕੀਤੀ ਜਾਵੇ, ਸਹਿਤ ਪਿਆਰ ਦੇ ਜਪਿਆ ਜਾਵੇ ਸਤਨਾਮ ਸ੍ਰੀ ਵਾਹਿਗੁਰੂ। ਪ੍ਰੇਮ ਦੇ ਨਾਲ ਹਰ ਵੇਲੇ ਭਗਤ ਤੇ ਤਤੇ ਨੂੰ ਸਿਹਾਰੀ ਹੈ, ਅਰਥ ਭਗਤੀ ਬਣੇਗਾ। ਪ੍ਰੇਮਾ ਭਗਤੀ ਕਰਨੀ, ਸਿਫਤ ਜੋ ਸਿਫਤੀ ਹਰੀ ਅਕਾਲ ਪੁਰਖ ਵਾਹਿਗੁਰੂ ਸਿਫਤਾਂ ਦਾ ਮਾਲਕ ਹੈ ਨਾ, ਤੇ ਇਸ ਦੇ ਗੁਣਾਂ ਦੀ ਸਦਾ ਹੀ ਸਿਫਤ ਸਲਾਹ ਕਰਨੀ। ਤੇ ਜਦੋਂ ਭਗਤੀ ਕੀਤੀ ਜਾਵੇ, ਸਿਫਤ ਸਲਾਹ ਕੀਤੀ ਜਾਵੇ, ਤੇ ਫਿਰ ਵਾਹਿਗੁਰੂ ਜੀ ਦੀ ਭਗਤੀ ਦੇ ਸਦਕਾ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਤ ਸਿਧਾਂਤ ਰੂਪ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਤਿਸ ਦੇ ਗਿਆਨ ਦੀ ਭਾਵ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਹੈ ਨਾ, ਇਹ ਸਹਿਜ ਅਵਸਥਾ ਹੈ। ਸਭ ਤੋਂ ਪਹਿਲਾਂ ਸ਼ਬਦ ਸਹਿਜ ਆਇਆ, ਤੇ ਇਹ ਅਨਵੈ ਕਰਕੇ ਅਰਥ ਕੀਤੇ ਜਾਂਦੇ ਨੇ ਪ੍ਰਕਰਣ ਦੇ ਅਨੁਸਾਰ। ਸਾਧ ਸੰਗਤ ਜੀ, ਅਨਵੈ ਤੋਂ ਭਾਵ ਹੁੰਦਾ ਹੈ ਪਹਿਲਾਂ ਵਾਲੇ ਅੱਖਰ ਬਾਅਦ ਵਿੱਚ ਤੇ ਬਾਅਦ ਵਾਲੇ ਅੱਖਰਾਂ ਦਾ ਪਹਿਲਾਂ ਅਰਥ ਕਰਨਾ। ਕੁਝ ਜਗ੍ਹਾ ਤੇ ਪੰਕਤੀਆਂ ਅਨਵੈ ਕਰਕੇ ਅਰਥ ਕੀਤੇ ਜਾਂਦੇ ਨੇ। ਪਹਿਲੀ ਪੰਕਤੀ ਦਾ ਪਹਿਲਾ ਅਰਥ ਵਾਹਿਗੁਰੂ, ਪਹਿਲੀ ਪੰਕਤੀ ਦਾ ਬਾਅਦ ਵਿੱਚ ਅਰਥ ਕਰਨਾ, ਬਾਅਦ ਵਾਲੀਆਂ ਪੰਕਤੀਆਂ ਦਾ ਪਹਿਲਾ ਅਰਥ ਕਰਨਾ। ਜਿਹੜਾ ਕੱਲ ਸ਼ਬਦ ਸਰਵਣ ਕਰਾਂਗੇ ਨਾ, ਉਹਦੇ ਵਿੱਚ ਪੰਕਤੀ ਅਨਵੈ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਤੋਂ ਅਰਥ ਤੁਰੇਗਾ, ਉਹ ਪੰਕਤੀਆਂ ਅਨਵੈ ਕਰਕੇ, ਇੱਥੇ ਅਰਥ ਅਨਵੈ ਕਰਕੇ ਹੈ। ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕੀਤੀ ਜਾਂਦੀ ਹੈ ਨਾ, ਸਿਫਤ ਸਲਾਹ ਕੀਤੀ ਜਾਂਦੀ ਹੈ, ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਨੇ, ਜੀਵ ਚੱਲਦਿਆਂ ਫਿਰਦਿਆਂ ਜਾਗਦਿਆਂ ਸੁੱਤਿਆਂ ਬੈਠਿਆਂ ਖਾਂਦਿਆਂ ਪੀਂਦਿਆਂ ਭੁੰਚਦਿਆਂ ਹਰ ਵੇਲੇ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ, ਬੰਦਗੀ ਕਰਦਾ ਹੈ, ਪ੍ਰੇਮਾ ਭਗਤੀ ਕਰਦਾ ਹੈ।
ਮਾਇਆ ਦੇ ਤਿੰਨਾਂ ਗੁਣਾਂ ਦੇ ਨਾਲੋਂ ਪ੍ਰੀਤੀ ਤੋੜ ਕੇ ਵਾਹਿਗੁਰੂ ਜੀ ਦੇ ਨਾਲ ਆਪਣੇ ਪਿਆਰ ਦੀ ਗੰਢ ਪਾ ਲੈਂਦਾ ਨਾ, ਪਿਆਰ ਨੂੰ ਜੋੜ ਲੈਣਾ ਕਰਦਾ ਹੈ, ਤੇ ਇਸ ਵੇਲੇ ਫਿਰ ਹਿਰਦੇ ਦੇ ਅੰਦਰ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਏ, ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਏ। ਉਸ ਆਤਮ ਗਿਆਨ ਦੇ ਨਾਲ ਸਹਿਜ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਸੁਭਾਵਿਕ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿਖੇ, ਨਾਮ ਰੂਪੀ ਚਰਨਾਂ ਵਿਖੇ ਧਿਆਨ ਟਿਕਾ ਕਰਕੇ ਪਿਆਰ ਅਵਸਥਾ ਦੇ ਵਿੱਚ ਮਗਨ ਰਹਿੰਦਾ ਹੈ। ਸਦਾ ਆਨੰਦ ਨਿਹਚਲ ਸਚ ਥਾਨਾ। ਫਿਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਦਾ ਨਿਹਚਲ ਰਹਿਣੇ ਵਾਲਾ ਸਥਾਨ ਹੈ, ਤਿਸ ਦੀ ਪ੍ਰਾਪਤੀ ਕਰਦਾ ਹੈ। ਮਹਾਰਾਜ ਜੀ ਉਸ ਸਥਾਨ ਤੇ ਕਿਵੇਂ ਪਹੁੰਚਦਾ ਹੈ ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਸ ਵੇਲੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ, ਸਹਿਜ ਅਵਸਥਾ ਨੂੰ ਪ੍ਰਾਪਤ ਕਰਦਾ ਨਾ, ਤੇ ਸਦਾ ਆਨੰਦ ਰਹਿਣ ਵਾਲੀ ਨਿਸ਼ਚਲ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ। ਸੱਚ ਥਾਨਾ, ਜਿਸ ਸਥਾਨ ਦੇ ਅੰਦਰ ਸੱਚ ਸਰੂਪ ਪਰਮਾਤਮਾ ਜੀ ਦਾ ਚਿੰਤਨ ਹੀ ਚਿੰਤਨ ਹੈ, ਵਾਹਿਗੁਰੂ ਜੀ ਦਾ ਜਸ ਹੀ ਜਸ ਹੈ, ਵਡਿਆਈ ਹੀ ਵਡਿਆਈ ਹੈ, ਜਿੱਥੇ ਬੰਦਗੀ ਹੀ ਬੰਦਗੀ ਹੈ, ਜਿੱਥੇ ਭਗਤੀ ਦਾ ਰੰਗ ਹੈ, ਜਿੱਥੇ ਪ੍ਰੇਮ ਦਾ ਰੰਗ ਹੈ, ਜਿੱਥੇ ਮਾਇਆ ਦਾ ਰੰਗ ਨਹੀਂ, ਮਾਇਆ ਦੀ ਪਾਹ ਨਹੀਂ, ਮਾਇਆ ਦੇ ਤਿੰਨੇ ਗੁਣ ਥੱਲੇ ਰਹਿ ਜਾਂਦੇ ਨੇ। ਪ੍ਰੇਮਾ ਭਗਤੀ ਵਾਲੇ ਮਾਇਆ ਦੇ ਤਿੰਨਾਂ ਗੁਣਾਂ ਨੂੰ ਲੰਘ ਕਰਕੇ ਚੌਥੀ ਭੂਮਿਕਾ ਦੇ ਵਿੱਚ ਜਾ ਸਮਾਉਂਦੇ ਨੇ। ਉੱਥੇ ਸਦਾ ਆਨੰਦ ਹੈ, ਉਹ ਨਿਹਚਲ ਸਥਾਨ ਹੈ। ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਤਮਾ ਪ੍ਰਮਾਤਮਾ ਦੇ ਨਾਲ ਮਿਲਾਪ ਹੈ ਉਸ ਸਥਾਨ ਤੇ। ਐਸਾ ਜਿਹੜਾ ਨਿਹਚਲ ਸਥਾਨ ਹੈ, ਤਹਾਂ ਸੰਗਤ ਸਾਧ ਗੁਣ ਰਸੈ, ਉਸ ਨੂੰ ਪ੍ਰਾਪਤ ਕਰੇ ਤਾਂ ਸਥਿਰਤਾ ਪਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਹਿਜ ਅਵਸਥਾ ਨੂੰ, ਬ੍ਰਹਮ ਜੀ ਦੀ ਪ੍ਰਾਪਤੀ ਦੀ ਅਵਸਥਾ ਨੂੰ ਪ੍ਰਾਪਤ ਕਰਨੇ ਦਾ ਸੌਖਾ ਸਾਧਨ ਕਿਹੜਾ ਹੈ? ਪਾਤਸ਼ਾਹ ਜੀ ਫਰਮਾਉਂਦੇ ਨੇ, ਤਹ ਸੰਗਤ ਸਾਧ ਗੁਣ ਰਸੈ। ਪਿਆਰਿਓ, ਤਹਾ ਤਿਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਸਾਧ ਸੰਗਤ ਜਿਹੜੀ ਹੈ, ਮਿਲ ਕਰਕੇ ਗੁਣ ਰਸ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਸਦਾਇਕ ਨਾਮ ਨੂੰ, ਗੁਣ ਸਰੂਪ ਨਾਮ ਨੂੰ ਸਦਾ ਉਚਾਰਦੀ ਹੈ, ਜਪਦੀ ਹੈ। ਸਾਧ ਸੰਗਤ ਦੇ ਵਿੱਚ ਮਿਲ ਕਰਕੇ ਮਾਈ ਭਾਈ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਤਹਾ ਤਿਸ ਸਾਧ ਸੰਗਤ ਸਥਾਨ ਤੇ ਰਸਦਾਇਕ ਸਾਰੇ ਰਸਾਂ ਦੇ ਰਸਾਇਣ ਪ੍ਰਮਾਤਮਾ ਜੀ ਦੇ ਨਾਮ ਨੂੰ ਜਿਸ ਵੇਲੇ ਸਿਮਰਦੇ ਨੇ, ਫਿਰ ਆਤਮ ਰਸ ਨੂੰ ਪ੍ਰਾਪਤ ਕਰਦੇ ਨੇ। ਤੇ ਜਦੋਂ ਆਤਮ ਰਸ ਨੂੰ ਪ੍ਰਾਪਤ ਕਰਦੇ ਨੇ, ਆਤਮਾ ਪ੍ਰਾਪਤ ਪ੍ਰਮਾਤਮਾ ਦਾ ਮਿਲਾਪ ਹੁੰਦਾ ਹੈ ਅੰਤਸ਼ਕਰਨ ਦੇ ਅੰਦਰ। ਅਨਭਉ ਨਗਰ ਤਹਾ ਸਦ ਵਸੈ, ਤੇ ਅਨਭਉ ਪ੍ਰਕਾਸ਼ ਜਿਸ ਵੇਲੇ ਪ੍ਰਾਪਤ ਹੋ ਜਾਂਦਾ ਨਾ, ਤੇ ਐਸੇ ਨਗਰ ਦੇ ਵਿੱਚ ਫਿਰ ਵਾਸਾ ਹੁੰਦਾ ਹੈ, ਜਿਸ ਨੂੰ ਹਜ਼ੂਰ ਫਰਮਾਉਂਦੇ ਨੇ, ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਜੀ ਦਾ ਦੇਸ਼ ਹੈ ਜਿਹੜਾ, ਉਹ ਸਥਿਰ ਹੈ। ਸੱਚਖੰਡ ਜਿਹੜਾ ਸਥਾਨ ਹੈ, ਉਹ ਸਥਿਰ ਹੈ। ਭਗਤੀ ਦੇ ਪ੍ਰਤਾਪ ਦੇ ਨਾਲ ਅਨਭਵ ਪ੍ਰਕਾਸ਼ ਨੂੰ ਪਾਉਂਦਾ ਹੈ। ਤੇ ਵਾਹਿਗੁਰੂ ਜੀ ਦਾ ਨਗਰ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ, ਉਸ ਸਥਿਰ ਰਹਿਣੇ ਵਾਲੇ ਸਥਾਨ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿਖੇ ਇਹ ਜਿਹੜਾ ਜੀਵ ਹੈ, ਫਿਰ ਸਦੀਵ ਕਾਲ ਤੱਕ, ਸਦੀਵ ਕਾਲ ਤੱਕ ਦਾ, ਅਨੰਤ ਕਾਲ ਤੱਕ ਦਾ ਵਾਸਾ ਪ੍ਰਾਪਤ ਕਰਦਾ ਹੈ। ਸਦ ਵਸੈ, ਸਦਾ ਸਦਾ ਵਾਹਿਗੁਰੂ ਜੀ ਦੇ ਚਰਨਾਂ ਵਿਖੇ ਸੱਚਖੰਡ ਹੀ ਵਸਦਾ ਹੈ। ਤਹਿ ਭਉ ਭਰਮਾ ਸੂਖ ਨ ਚਿੰਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਰੀਆਂ ਪੁਰੀਆਂ ਨਾਸ਼ ਹੋਣ ਵਾਲੀਆਂ ਨੇ, ਤੇ ਸੱਚਖੰਡ ਦਰਬਾਰ ਸਦਾ ਰਹਿਣੇ ਵਾਲਾ ਹੈ। ਜਿਹੜਾ ਸਦਾ ਰਹਿਣੇ ਵਾਲਾ ਸੱਚਖੰਡ ਦਰਬਾਰ ਹੈ ਵਾਹਿਗੁਰੂ ਜੀ ਦਾ, ਕਿਰਪਾਲਤਾ ਕਰਕੇ ਉਸ ਦੀ ਵੀ ਕੁਝ ਮਹਿਮਾ ਸਾਨੂੰ ਸਰਵਣ ਕਰਾਓ। ਹਜ਼ੂਰ ਫਰਮਾਵਦੇ ਨੇ, ਭਾਈ ਉਹ ਸੱਚਖੰਡ ਦਰਬਾਰ ਐਸਾ ਹੈ, ਤਹਿ ਭਉ ਕਿਸੇ ਪ੍ਰਕਾਰ ਦਾ ਡਰ ਨਹੀਂ, ਭਰਮਾ ਕਿਸੇ ਪ੍ਰਕਾਰ ਦਾ ਭਰਮ ਵੀ ਨਹੀਂ, ਸੋਗ ਕਿਸੇ ਪ੍ਰਕਾਰ ਦਾ ਦੁੱਖ ਇਤਿਆਦਿ ਵੀ ਨਹੀਂ ਹੈ। ਇਸੇ ਪ੍ਰਕਾਰ ਸੋਗ ਨਾ ਚਿੰਤਾ, ਕਿਸੇ ਪ੍ਰਕਾਰ ਦੀ ਚਿੰਤਾ ਵੀ ਨਹੀਂ, ਨਾ ਕਮਾਉਣ ਦੀ, ਨਾ ਪਰਿਵਾਰ ਨੂੰ ਪਾਲਣ ਦੀ, ਨਾ ਡਰ ਦੁਸ਼ਮਣ ਦਾ, ਨਾ ਪੰਜ ਪ੍ਰਕਾਰ ਦੇ ਭੈ ਦੇ ਵਿੱਚੋਂ ਕੋਈ ਭੈ ਹੈ, ਨਾ ਕਿਸੇ ਪ੍ਰਕਾਰ ਦਾ ਸੋਗ ਹੈ। ਉਥੇ ਸੋਗ ਵੀ ਨਹੀਂ, ਚਿੰਤਾ ਵੀ ਨਹੀਂ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ, ਸੁਖ ਹੀ ਸੁਖ ਹੈ, ਤੇ ਸੁਖ ਵੀ ਅਨੰਤ ਕਾਲ ਦਾ। ਐਸਾ ਭਾਈ ਉਹ ਵਾਹਿਗੁਰੂ ਜੀ ਦਾ ਸੱਚਖੰਡ ਦਰਬਾਰ ਹੈ। ਆਵਣ ਜਾਵਣ ਮਿਰਤ ਨਾ ਹੋਤਾ, ਉਥੇ ਨਾ ਹੀ ਤੇ ਜਨਮ ਲੈ ਕਰਕੇ ਆਉਣਾ ਹੁੰਦਾ ਹੈ, ਤੇ ਨਾ ਹੀ ਮਰ ਕਰਕੇ ਜਾਣਾ ਹੁੰਦਾ ਹੈ। ਮਿਰਤ ਨਾ ਹੋਤਾ, ਮੌਤ ਦੇ ਅਧੀਨ ਜੀਵ ਨਹੀਂ ਹੁੰਦਾ ਹੈ। ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਵਾਹਿਗੁਰੂ ਜੀ ਜੰਮਣ ਮਰਨ ਤੋਂ ਰਹਿਤ ਨੇ। ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ।
ਤੇ ਜਿਹੜਾ ਤੇ ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਪਹੁੰਚ ਜਾਂਦਾ ਹੈ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਮਾ ਜਾਂਦਾ ਨਾ, ਉਹ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਿਵੇਂ ਸਾਗਰ ਦੇ ਵਿੱਚ ਬੂੰਦ ਮਿਲ ਜਾਵੇ ਤੇ ਸਾਗਰ ਰੂਪੀ ਹੋ ਜਾਂਦੀ ਹੈ ਨਾ, ਸਾਗਰ ਵੀ ਪਾਣੀ ਤੇ ਬੂੰਦ ਵੀ ਪਾਣੀ। ਪਰਮਾਤਮਾ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਨੰਤ ਨੇ, ਪਰਮਾਤਮਾ ਨੇ, ਤੇ ਜੀਵ ਦੀ ਜਿਹੜੀ ਆਤਮਾ ਇਹ ਬੂੰਦ ਹੈ। ਤੇ ਬੂੰਦ ਰੂਪ ਆਤਮਾ ਸਾਗਰ ਰੂਪ ਪਰਮਾਤਮਾ ਜੀ ਦੇ ਵਿੱਚ ਮਿਲ ਕਰਕੇ ਸਾਗਰ ਰੂਪੀ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ, ਬੂੰਦ ਜੇ ਸਾਗਰ ਵਿੱਚ ਮਿਲ ਜਾਵੇ, ਬਹੁਤ ਸਿਆਣੇ ਮਿਲ ਕਰਕੇ ਉਸੇ ਬੂੰਦ ਨੂੰ ਫਿਰ ਕੱਢਣ ਦਾ ਯਤਨ ਕਰਨ, ਜਿਹੜੀ ਸਾਗਰ ਵਿੱਚ ਡਿੱਗ ਪਈ ਹੋਵੇ, ਰਲ ਗਈ ਹੋਵੇ, ਮਿਲ ਗਈ ਹੋਵੇ, ਤੇ ਕੱਢ ਸਕਦੇ ਨੇ? ਕਦਾਚਿਤ ਵੀ ਨਹੀਂ। ਅਨਕ ਸਿਆਣੇ ਪਚ ਮੋਏ ਨਾ ਨਿਰਵਾਰੀ ਜਾਏ। ਜਿਤਨਾ ਮਰਜੀ ਯਤਨ ਕਰ ਲੈਣ, ਫਿਰ ਉਹ ਬੂੰਦ ਕੱਢੀ ਨਹੀਂ ਜਾਂਦੀ। ਇਸੇ ਪ੍ਰਕਾਰ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿਖੇ ਭੇਦਤਾ ਪ੍ਰਾਪਤ ਕਰ ਲੈਂਦਾ ਨਾ, ਫਿਰ ਜਿਤਨੇ ਮਰਜੀ ਜਮ ਕਾਲ ਅਤੇ ਹੋਰ ਵੀ ਯਤਨ ਕਰਦੇ ਰਹਿਣ, ਕਾਲ ਚੱਕਰ ਵੀ ਵਾਹਿਗੁਰੂ ਜੀ ਦੀ ਭੇਦਤਾ ਤੋਂ ਮੁੜ ਕੇ ਕੱਢ ਨਹੀਂ ਸਕਦਾ ਹੈ। ਹਜ਼ੂਰ ਫਰਮਾਉਂਦੇ ਨੇ, ਉਹ ਵਾਹਿਗੁਰੂ ਜੀ ਦਾ ਦਰਬਾਰ ਐਸਾ ਹੈ, ਜਨਮ ਲੈ ਕਰਕੇ ਉਥੋਂ ਕੋਈ ਫਿਰ ਆਉਂਦਾ ਨਹੀਂ, ਮਰ ਕਰਕੇ ਜਾਂਦਾ ਨਹੀਂ, ਮਿਰਤ ਨਾ ਹੋਤਾ, ਮੌਤ ਨਹੀਂ ਹੁੰਦੀ, ਮੁੜ ਕੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਤਹਿ ਸਦਾ ਆਨੰਦ ਅਨਹਦ ਆਖਾਰੇ। ਉਥੇ ਅਨਹਦ ਨਾਦ ਦੇ, ਗੁਰਬਾਣੀ ਦੇ ਸਦਾ ਆਖਾਰੇ, ਭਾਵ ਸਤ ਸੰਗਤ ਦਰਬਾਰ ਦੀਵਾਨ ਲੱਗਦੇ ਨੇ। ਉਥੇ ਸदैव ਕਾਲ ਦਾ ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਹੈ। ਇਸੇ ਪ੍ਰਕਾਰ ਤਹਿ ਸਦਾ ਆਨੰਦ ਅਨਹਦ ਆਖਾਰੇ। ਸਦਾ ਤੋਂ ਆਨੰਦ ਸੀ, ਹੈ, ਤੇ ਅਨੰਤ ਕਾਲ ਆਨੰਦ ਹੀ ਆਨੰਦ ਰਵੇਗਾ। ਉਹ ਵਾਹਿਗੁਰੂ ਜੀ ਦਾ ਸੱਚਖੰਡ ਦਰਬਾਰ ਐਸਾ, ਜਿੱਥੇ ਦਰਬਾਰ ਸੱਜਦੇ ਨੇ ਤੇ ਵਾਹਿਗੁਰੂ ਜੀ ਦੀ ਅਨਹਦ ਬਾਣੀ ਦਾ ਉਚਾਰਨ ਹੁੰਦਾ ਹੈ। ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਤੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਉਚਾਰਿਆ ਨਾ, ਵਾਹਿਗੁਰੂ ਜੀ ਦੇ ਨਿਰੰਕਾਰ ਜੀ ਦੇ ਸੱਚਖੰਡ ਦਰਬਾਰ ਵਿਖੇ ਵੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਲੇ ਹਰ ਰੋਜ਼ ਹੁੰਦਾ ਹੈ। ਤੇ ਜਦੋਂ ਤੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਨਾ, ਰਹਿਰਾਸ ਸਾਹਿਬ ਜੀ ਦਾ ਪਾਠ ਵੀ ਹਰੀ ਅਕਾਲ ਪੁਰਖ ਜੀ ਦੇ ਸਨਮੁਖ ਸੱਚਖੰਡ ਦਰਬਾਰ ਵਿਖੇ ਨਿਤ ਹੁੰਦਾ ਹੈ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰ ਪਰਮੇਸ਼ਰ ਜੀ ਕੀਰਤਨ ਕਰਦੇ ਰਹੇ, ਤੇ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਦਰਗਾਹ ਦੇ ਅੰਦਰ ਵੀ ਹਰ ਰੋਜ਼ ਕੀਰਤਨ ਹੁੰਦਾ ਹੈ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਖੰਡ ਦਰਬਾਰ, ਅਨਹਤ ਗੁਰਬਾਣੀ ਦੇ ਆਖਾਰੇ ਦੀਵਾਨ ਤਿਥੇ ਸਦਾ ਹੀ ਸੱਜਦੇ ਹਨ। ਭਗਤ ਵਸ ਹੈ ਕੀਰਤਨ ਆਧਾਰੇ। ਤੇ ਉਥੇ ਜਿਹੜੇ ਭਗਤ ਜਨ ਵਸਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਪ੍ਰਿਥਵੀ ਤੇ ਵਸਦੇ ਹਾਂ ਤੇ ਪ੍ਰਿਥਵੀ ਦੀ ਉਪਜ ਖਾਂਦੇ ਹਾਂ, ਜਲ ਛਕਦੇ ਹਾਂ, 36 ਪ੍ਰਕਾਰ ਦੇ 6 ਰਸਾਂ ਵਾਲੇ ਭੋਜਨ ਖਾਂਦੇ ਹਾਂ। ਸੱਚੇ ਪਾਤਸ਼ਾਹ ਜੀ ਜਿਹੜੇ ਸੱਚਖੰਡ ਦੇ ਵਿੱਚ ਲੋਕ ਵਸਦੇ ਨੇ, ਉਹ ਖਾਂਦੇ ਕੀ ਨੇ? ਉਥੇ ਖੇਤੀਆਂ ਨਹੀਂ ਹੁੰਦੀਆਂ ਕਿ ਉਥੇ ਸਮੁੰਦਰ ਪਹਾੜ ਨਹੀਂ, ਉਥੇ ਦੇ ਲੋਕ ਕਿਵੇਂ ਜਿਉਂਦੇ ਨੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਹੇ ਜਗਿਆਸੂ ਜਨੋ, ਉਥੇ ਵਸਣ ਵਾਲੇ ਜਿਹੜੇ ਨੇ ਉਹ ਨਾਮ ਦੇ ਆਸਰੇ ਰਹਿੰਦੇ ਨੇ, ਨਾਮ ਹੀ ਉਹਨਾਂ ਦਾ ਭੋਜਨ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮ ਕਉ ਤ੍ਰਿਪਤ ਭਈ। ਜਿਸ ਨਾਮ ਭੋਜਨ ਨੂੰ ਖਾਣ ਦੇ ਨਾਲ ਤ੍ਰਿਪਤੀ ਹੋ ਜਾਂਦੀ ਏ, ਬਹੁੜੋ ਭੁੱਖ ਨਹੀਂ ਕਦੇ ਲੱਗਦੀ। ਉਸ ਲੋਕ ਦੇ ਅੰਦਰ ਵਸਣੇ ਵਾਲੇ ਜੀਵਾਂ ਦਾ ਨਾਮ ਹੀ ਆਧਾਰ ਹੈ, ਨਾਮ ਹੀ ਭੋਜਨ ਹੈ, 36 ਪ੍ਰਕਾਰ ਦਾ ਨਾਮ ਹੀ ਵਸਤਰ ਹਨ। ਪਾਰ ਬ੍ਰਹਮ ਕਾ ਅੰਤ ਨ ਪਾਰ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਪਾਰ ਬ੍ਰਹਮ ਜੀ ਦਾ ਸੱਚਖੰਡ ਦਰਬਾਰ ਐਸਾ, ਜਿੱਥੇ ਮੌਤ ਵੜਦੀ ਨਹੀਂ, ਭੁੱਖ ਆਉਂਦੀ ਨਹੀਂ, ਪਿਆਸ ਜਿੱਥੇ ਤੰਗ ਨਹੀਂ ਕਰਦੀ, ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਦਰਬਾਰ ਐਸਾ, ਤੇ ਵਾਹਿਗੁਰੂ ਜੀ ਕੈਸੇ ਨੇ? ਤੇ ਇਸ ਵਾਹਿਗੁਰੂ ਜੀ ਦੇ ਪਰਥਾਏ ਵੀ ਕੁਝ ਬਚਨ ਕਹੋ। ਹਜ਼ੂਰ ਫਰਮਾਵਣਾ ਕਰਦੇ ਨੇ, ਹੇ ਪਿਆਰਿਓ, ਜੋ ਪਾਰ ਬ੍ਰਹਮ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਉਸ ਦੇ ਬਾਰੇ ਕਿਤਨਾ ਕੋ ਕਥਨ ਕਰਨਾ ਕਰੀਏ, ਅੰਤ ਨਾ ਪਾਰ। ਉਸ ਦੇ ਉਰਵਾਰ ਪਾਰ ਦਾ ਕੁਝ ਅੰਤ ਨਹੀਂ ਹੁੰਦਾ, ਉਸ ਦੇ ਆਦ ਅੰਤ ਦਾ ਕੋਈ ਸਿਰਾ ਨਹੀਂ ਲੱਭਦਾ। ਉਸ ਵਾਹਿਗੁਰੂ ਜੀ ਦੀਆਂ ਬਰਕਤਾਂ, ਉਸ ਦੀਆਂ ਨਿਆਮਤਾਂ, ਉਸ ਦੀਆਂ ਰਹਿਮਤਾਂ, ਉਸ ਦੀਆਂ ਦਾਤਾਂ, ਉਸ ਦੀਆਂ ਵਡਿਆਈਆਂ, ਉਸ ਦੀਆਂ ਸਿਫਤ ਸਲਾਹਾਂ, ਕਿਸੇ ਵੀ ਵਸਤੂ ਦਾ ਅੰਤ ਨਹੀਂ ਆਉਂਦਾ। ਪਰਾ ਰੂਪ ਨੇ, ਬ੍ਰਹਮ ਵਿਆਪਕ ਸਰੂਪ ਨੇ, ਆਦ ਅੰਤ ਤੋਂ ਰਹਿਤ ਹਨ ਉਹ ਮੇਰੇ ਪਰਮਾਤਮਾ ਜੀ। ਕੌਣ ਕਰੈ ਤਾਕਾ ਵਿਚਾਰ। ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਮਗਰ ਗੁਣਾਂ ਦਾ ਵਿਚਾਰ ਕੌਣ ਕਰ ਸਕਦਾ ਹੈ?
ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਆਦ ਸਮੇਂ ਤੋਂ ਲੈ ਕਰਕੇ ਸਾਰੇ ਧਰਮਾਂ ਦੇ ਆਚਾਰੀਆ, ਵਿਦਵਾਨ ਜਨ, ਮਹੰਤ ਤੇ ਰਿਖੀ ਮੁਨੀ ਵਾਹਿਗੁਰੂ ਜੀ ਦੇ ਗੁਣਾਂ ਦਾ ਵਿਖਿਆਨ ਕਰਦੇ ਰਹੇ। ਤੇ ਆਦ ਸਮੇਂ ਤੋਂ ਲੈ ਕਰਕੇ ਅੱਜ ਤੱਕ ਜਿਤਨੇ ਵਾਹਿਗੁਰੂ ਜੀ ਦੇ ਗੁਣ ਕਹੇ ਗਏ, ਜਿਤਨੀਆਂ ਵਡਿਆਈਆਂ ਕਹੀਆਂ ਗਈਆਂ, ਉਹ ਤੇ ਤਿਲ ਮਾਤਰ ਵੀ ਨਹੀਂ ਬਣਦੀਆਂ। ਆਦ ਸਮੇਂ ਤੋਂ ਅੱਜ ਤੱਕ ਜਿੰਨੀਆਂ ਵਡਿਆਈਆਂ ਸਾਰੀਆਂ ਤਿਲ ਮਾਤਰ ਵੀ ਨਹੀਂ ਬਣਦੀਆਂ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਤੇਰੀ ਤਿਲ ਮਾਤਰ ਵਡਿਆਈ ਵੀ ਨਹੀਂ ਕਹਿ ਸਕੇ। ਤੇ ਭਾਈ ਤਿਸ ਦੀ ਸਮਗਰ ਸਾਰੀ ਵਡਿਆਈ ਨੂੰ ਕੌਣ ਕਥਨ ਕਰ ਸਕਦਾ ਹੈ? ਤਿਸ ਦੀਆਂ ਵਡਿਆਈਆਂ ਦਾ ਸਮੁੱਚੇ ਰੂਪ ਵਿੱਚ ਕੋਈ ਵੀ ਕਥਨ ਨਹੀਂ ਕਰ ਸਕਦਾ। ਕਿਤਨੀਆਂ ਕੁ ਵਡਿਆਈਆਂ ਦੀ ਵਿਚਾਰ ਕਰਨਾ ਕਰੀਏ। ਕਹੂ ਨਾਨਕ ਜਿਸ ਕਿਰਪਾ ਕਰੈ। ਹੇ ਸੱਚੇ ਸਾਹਿਬ ਜੀ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਫਿਰ ਪ੍ਰਾਪਤੀ ਕਿਵੇਂ ਹੁੰਦੀ ਏ? ਪ੍ਰਾਪਤੀ ਦਾ ਕੋਈ ਯਤਨ ਹੋਵੇਗਾ? ਹਜ਼ੂਰ ਫਰਮਾਉਂਦੇ ਨੇ ਪਿਆਰਿਓ, ਤੇ ਇਸ ਵਾਹਿਗੁਰੂ ਜੀ ਤੱਕ ਪਹੁੰਚ ਜਾਣਾ ਕੇਵਲ ਤਾਂ ਕੇਵਲ ਆਪਣੇ ਯਤਨ ਸਾਰਥਕ ਨਹੀਂ ਹੁੰਦੇ। ਜੀਵ ਦੇ ਆਪਣੇ ਯਤਨ ਮਾਤਰ ਇਸ ਤੱਕ ਨਹੀਂ ਪਹੁੰਚਾਉਂਦੇ ਹਨ। ਮਹਾਰਾਜ ਫਿਰ ਕਿਵੇਂ ਪ੍ਰਾਪਤੀ ਹੋਵੇ? ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਜਿਸ ਦੇ ਉੱਪਰ ਪਰਿਪੂਰਨ ਪ੍ਰਮਾਤਮਾ ਜੀ ਗੁਰ ਪਰਮੇਸ਼ਰ ਸਰੂਪ ਹੋ ਕਰਕੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਦੇ ਨੇ, ਆਪਣੀ ਨਜ਼ਰੇ ਅਨਾਇਤ ਕਰਦੇ ਨੇ, ਅਨੁਗ੍ਰਹ ਕਰ ਦਿੰਦੇ ਨੇ, ਆਪਣੀ ਪ੍ਰਸਾਦ ਕਰ ਦਿੰਦੇ ਨੇ, ਜਿਸ ਦੇ ਉੱਪਰ ਨਜ਼ਰੇ ਨਿਗਾਹ ਪਾ ਦਿੰਦੇ ਹਨ। ਨਿਹਚਲ ਥਾਨ ਸਾਧ ਸੰਗ ਤਰੈ। ਭਾਈ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸਾਧ ਸੰਗਤ ਨੂੰ ਕਰਕੇ ਜਦੋਂ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਸਾਧ ਸੰਗਤ ਦੁਆਰਾ, ਸਤ ਸੰਗਤ ਦੁਆਰਾ ਨਾਮ ਜਪਦਿਆਂ ਹੋਇਆਂ ਫਿਰ ਨਿਸ਼ਚਲ ਸਥਾਨ ਨੂੰ ਪ੍ਰਾਪਤ ਕਰਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਜਦੋਂ ਗੁਰਮੰਤਰ ਨੂੰ ਜਪਦਾ ਨਾ, ਪਹਿਲਾਂ ਹਿਰਦੇ ਦੀ ਮੈਲ ਲੱਥਦੀ ਏ, ਸਾਰੀ ਗੰਦਗੀ ਧੁੱਪਦੀ ਏ, ਵਿਕਾਰਾਂ ਦੀ ਮੈਲ ਲੱਥਦੀ ਏ, ਅੰਤਸ਼ਕਰਨ ਸ਼ੁੱਧ ਹੁੰਦਾ ਹੈ, ਫਿਰ ਆਤਮ ਸਰੂਪ ਦਾ ਦਰਸ਼ਨ ਹੁੰਦਾ ਹੈ, ਫਿਰ ਆਤਮ ਸਰੂਪ ਤੋਂ ਪਰਮਾਤਮਾ ਜੀ ਦਾ ਦੀਦਾਰ ਪਾਉਂਦਾ ਹੈ। ਇਸ ਪ੍ਰਕਾਰ ਅੰਤਰ ਆਤਮੇ ਮਿਲਦਾ ਹੈ। ਅੰਤਰ ਆਤਮੇ ਮਿਲਦਾ ਤੇ ਵਾਹਿਗੁਰੂ ਜੀ ਦੀ ਅਭੇਦਤਾ ਦੇ ਆਨੰਦ ਨੂੰ ਮਾਣਦਾ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ। ਤੇ ਜਦੋਂ ਸਰੀਰ ਦੇ ਪੰਜੇ ਤੱਤਾਂ ਵਿੱਚ ਲੀਨ ਹੋ ਜਾਂਦੇ ਨੇ, ਸਰੀਰ ਬਿਨਸਦਾ ਹੈ, ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪੇ ਹੋਏ ਨਾਮ ਦੇ ਪ੍ਰਤਾਪ ਦੇ ਸਦਕਾ ਨਿਹਚਲ ਸਥਾਨ ਸੱਚਖੰਡ ਦੇ ਵਿੱਚ ਵਾਸਾ ਪਾਉਂਦਾ ਹੈ। ਐਸੀ ਇਹ ਵਾਹਿਗੁਰੂ ਜੀ ਦੀ ਬਖਸ਼ਿਸ਼, ਐਸਾ ਹੈ ਵਾਹਿਗੁਰੂ ਜੀ ਦਾ ਨਾਮ, ਐਸੀ ਹੈ ਪੂਰੇ ਸਤਿਗੁਰੂ ਜੀ ਦੀ ਕਿਰਪਾਲਤਾ, ਐਸੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ, ਜਿਹੜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਦੇਣ ਵਾਲੀ ਏ। ਭਾਈ ਇਸ ਕਰਕੇ ਵਾਹਿਗੁਰੂ ਜੀ ਦੇ ਮਿਲਾਪ ਦੇ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਆ ਕਰਕੇ ਸਦਾ ਬੇਨਤੀਆਂ ਕਰਦੇ ਰਹੀਏ। ਗਰੀਬ ਨਿਵਾਜ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਠਾਰੇ। ਜੈਸੇ ਵੀ ਹਾਂ ਬਸ ਆਪ ਜੀ ਦੀਆਂ ਕਿਰਪਾ ਕਰਕੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਸਤਿਗੁਰੂ ਜੀ ਕਿਰਪਾਲਤਾ ਕਰਕੇ ਗੁਰ ਉਪਦੇਸ਼ ਦੁਆਰਾ ਸਤ ਸੰਗਤ ਵਿੱਚ ਮਿਲ ਕਰਕੇ ਨਾਮ ਜਪਾ ਕਰਕੇ ਵਾਹਿਗੁਰੂ ਜੀ ਦੇ ਨਾਲ ਭੇਦਤਾ ਬਖਸ਼ਿਸ਼ ਕਰਕੇ ਜੀਵ ਨੂੰ ਸदैव ਕਾਲ ਵਾਸਤੇ ਅਨੰਤ ਕਾਲ ਤੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਦਾ ਵਾਸੀ ਬਣਾ ਦਿੰਦੇ ਨੇ। ਐਸਾ ਵਾਹਿਗੁਰੂ ਜੀ ਦਾ ਪਾਵਨ ਸਰੂਪ ਤੇ ਵਾਹਿਗੁਰੂ ਜੀ ਦਾ ਸੱਚਖੰਡ ਦਰਬਾਰ ਤੇ ਗੁਰ ਪਰਮੇਸ਼ਰ ਜੀ ਦੀ ਨਜ਼ਰੇ ਅਨਾਇਤ ਹੈ। ਇਸ ਪ੍ਰਕਾਰ ਸਾਧ ਸੰਗਤ ਜੀਓ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਬਖਸ਼ਿਸ਼, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੀ ਵਡਿਆਈ, ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਦੀ ਸਥਿਰਤਾ ਤੇ ਮਾਇਆ ਰਚਤ ਸਾਰੇ ਸੰਸਾਰ ਦੀ ਅਨਸਥਿਰਤਾ ਦਿਖਾਵਣਾ ਕੀਤੀ ਏ। ਸੰਸਾਰ ਦੇ ਅੰਦਰ ਕੁਝ ਵੀ ਟਿਕਣ ਵਾਲਾ ਨਹੀਂ, ਸਭ ਨਾਸ਼ਵਾਨ ਹੈ। ਸਥਿਰ ਰਹਿਣੇ ਵਾਲੇ ਕੇਵਲ ਤਾਂ ਕੇਵਲ ਪ੍ਰਮਾਤਮਾ ਜੀ, ਪ੍ਰਮਾਤਮਾ ਜੀ ਦਾ ਸੱਚਖੰਡ ਦੇਸ਼ ਤੇ ਆਤਮ ਸਰੂਪ ਦੀ ਪ੍ਰਾਪਤੀ ਕਰਨੇ ਵਾਲੇ, ਸੱਚਖੰਡ ਵਿੱਚ ਪਹੁੰਚਣ ਵਾਲੇ ਪ੍ਰਾਣੀ ਜਨ ਹਨ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਪ੍ਰਵਚਨਾਂ ਨੂੰ ਉਚਾਰਨ ਕਰਕੇ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ ਜੀਓ, ਜਿਸ ਨੂੰ ਸਰਵਣ ਕਰਕੇ ਸਾਰੇ ਜਗਿਆਸੂ ਜਨ ਨਿਹਾਲ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗ ਕਰਕੇ ਆਪਣਾ ਜੀਵਨ ਸਫਲਾ ਕੀਤਾ ਹੈ। ਗੁਰ ਪਰਮੇਸ਼ਰ ਜੀ ਦੇ ਚਰਨਾਂ ਵਿਖੇ ਅਸੀਂ ਵੀ ਅਰਦਾਸ ਬੇਨਤੀ ਕਰਨਾ ਕਰੀਏ। ਇਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਕੇ ਅਤੇ ਸ਼ਰਵਣ ਕਰਕੇ ਹਾਜ਼ਰੀਆਂ ਆਪ ਜੀ ਦੇ ਚਰਨਾਂ ਵਿਖੇ ਲਗਵਾਈਆਂ ਨੇ। ਕਿਰਪਾਲਤਾ ਕਰੋ ਜੋ ਆਪ ਜੀ ਦੇ ਅੰਮ੍ਰਿਤ ਪ੍ਰਵਚਨ ਅਸਾਂ ਨੇ ਸ਼ਰਵਣ ਕਰੇ ਨੇ, ਆਪ ਜੀ ਨੇ ਕਿਰਪਾ ਕਰਕੇ ਸਤ ਸੰਗਤ ਦੁਆਰਾ ਸਾਨੂੰ ਬਖਸ਼ਿਸ਼ ਕੀਤੇ ਨੇ।
ਸਾਡਿਆਂ ਹਿਰਦਿਆਂ ਦੇ ਅੰਦਰ ਵਸਾ ਦੇਵੋ। ਅਸੀਂ ਵੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿਖੇ ਪ੍ਰਵਾਨ ਚੜ ਜਾਈਏ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਕਿਰਪਾਲਤਾ ਕਰਕੇ ਆਪਣੇ ਨਾਮ ਬਾਣੀ ਦਾ ਪ੍ਰੇਮ ਬਖਸ਼ ਕਰਕੇ ਕਿਰਤਾਰਥ ਕਰੋ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਸੱਜੀ ਹੋਈ ਸਤਿਗੁਰੂ ਜੀ ਦੀ ਖਾਲਸਾ ਰੂਪ ਸਾਧ ਸੰਗਤ ਬਖਸ਼ਣ ਯੋਗ ਹੈ। ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਗਰੀਬ ਨਿਵਾਜ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਕਹੋ ਨਾਨਕ ਜਿਸ ਕਿਰਪਾ ਕਰੈ, ਨਹਿ ਚਲ ਥਾਨ ਸਾਧ ਸੰਗ ਤਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत ही पार ब्रह्म अविनाशी अगनाश, हे पूरन हे सर्ब मैं दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे हर पी होवनहार, हे संतह कै सदा संग निधारा आधार, हे ठाकुर हो दसरो मैं निर्गुण गुण नहीं कोई, नानक दीजै नाम दान राखो हिया परोई, आई प्रभ शरणागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़े सो उतरै पार, जो सरदा कर सेव दे गुर पार उतारन हार, कथा निता प्रतोत है सुनो सो सिंह सुजान, नानक गुरु गोविंद सिंह जी सदा करै कल्याण, नानक गुरु गोविंद सिंह जी सदा करै कल्याण। वाहिगुरु जी का खालसा, वाहिगुरु जी की फतेह। गाज के जयकारा गजावे सो निहाल हो जावे, सत श्री अकाल। गुरबर अकाल देग तेग फतह, गुरु पंथ खालसे दी चढ़दी कला रखनी, सच्चे पातशाह जी महाराज।